ਤੇ ਪਿਆਰ ਸਹਿਤ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਧੰਨ ਧੰਨ ਸਤਿਗੁਰੂ ਗੁਰੂ ਹਰਿ ਰਾਏ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਹੈ ਤੇ ਆਪ ਸਾਰੀਆਂ ਹੀ ਸੰਗਤਾਂ ਨੂੰ ਧੰਨ ਗੁਰੂ ਹਰਿ ਰਾਏ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਹੋਵੇ। ਅੱਜ ਦਾਸ ਆਪ ਜੀ ਦੇ ਨਾਲ ਧੰਨ ਗੁਰੂ ਹਰਿ ਰਾਏ ਸਾਹਿਬ ਮਹਾਰਾਜ ਜੀ ਦੇ ਜੀਵਨ ਨਾਲ ਸੰਬੰਧਿਤ ਹੀ ਵਿਚਾਰਾਂ ਜਿਵੇਂ ਸਤਿਗੁਰੂ ਕਿਰਪਾ ਕਰਨਗੇ, ਬਖਸ਼ਿਸ਼ ਕਰਨਗੇ, ਕਰਨ ਦਾ ਯਤਨ ਕਰਾਂਗਾ। ਕਰੋ ਕਿਰਪਾ ਇੱਕ ਵਾਰ ਸਾਰੇ ਹੀ ਮਨ ਦਾ ਟਿਕਾਓ, ਇਕਾਗਰਤਾ ਦੀ ਦਾਤ ਮਿਲੇ। ਪਿਆਰ ਸਹਿਤ ਉਚਾਰਨ ਕਰੀਏ ਜੀ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਕਰੋ ਕਿਰਪਾ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਸਤਿਗੁਰੂ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ 5 ਪੁੱਤਰ ਤੇ ਇੱਕ ਉਹਨਾਂ ਦੀ ਸਪੁੱਤਰੀ ਹੈ। ਸਭ ਤੋਂ ਵੱਡੇ ਨੇ ਬਾਬਾ ਗੁਰਦਿੱਤਾ ਜੀ, ਫਿਰ ਬਾਬਾ ਅਟਲ ਰਾਏ ਜੀ, ਅਣੀ ਰਾਏ ਜੀ, ਸੂਰਜਮਲ ਜੀ, ਇੱਕ ਬੇਟੀ ਹੈ ਬੀਬੀ ਵੀਰੋ ਜੀ, ਤੇ ਸਭ ਤੋਂ ਛੋਟੇ ਨੇ ਸਤਿਗੁਰੂ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ। ਬਾਬਾ ਗੁਰਦਿੱਤਾ ਜੀ ਦਾ ਜਨਮ ਜਿਹੜਾ ਹੈ ਇਹ ਭਾਈ ਕੀ ਡਰੋਲੀ ਵਿਖੇ ਹੋਇਆ ਹੈ। ਜਿਸ ਵੇਲੇ ਬਾਬਾ ਗੁਰਦਿੱਤਾ ਜੀ ਦਾ ਜਨਮ ਭਾਈ ਕੀ ਡਰੋਲੀ ਹੋਇਆ, ਸਤਿਗੁਰਾਂ ਨੂੰ ਪਤਾ ਚੱਲਿਆ। ਬਾਬਾ ਬੁੱਢਾ ਸਾਹਿਬ ਜੀ ਨੂੰ ਨਾਲ ਲਿਆ, ਹੋਰ ਗੁਰਸਿੱਖਾਂ ਨੂੰ ਨਾਲ ਲਿਆ ਤੇ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਜੀ ਭਾਈ ਕੀ ਡਰੋਲੀ ਪਹੁੰਚੇ। ਜਿਸ ਵੇਲੇ ਭਾਈ ਕੀ ਡਰੋਲੀ ਪਹੁੰਚੇ ਨੇ, ਧੰਨ ਸ਼੍ਰੀ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਵੱਡੇ ਸਾਹਿਬਜ਼ਾਦੇ, ਵੱਡੇ ਸੁਪੁੱਤਰ ਨੂੰ ਜਦੋਂ ਦੇਖਿਆ ਤੇ ਬਾਬਾ ਬੁੱਢਾ ਸਾਹਿਬ ਜੀ ਨੇ ਵੀ ਬੜੀ ਰੀਝ ਨਾਲ ਤੱਕਿਆ ਤੇ ਇੱਥੇ ਇੱਕ ਸ਼ਬਦ ਕਿਹਾ ਹੈ। ਕਹਿਣ ਲੱਗੇ, ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀਓ, ਮੈਂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦੀਦਾਰ ਕੀਤੇ ਨੇ। 12 ਸਾਲ ਦੀ ਉਮਰ ਵਿੱਚ ਮੈਂ ਸਤਿਗੁਰੂ ਗੁਰੂ ਨਾਨਕ ਮਹਾਰਾਜ ਜੀ ਦੇ ਕੋਲੇ ਆ ਗਿਆ ਸੀ ਤੇ ਸਤਿਗੁਰਾਂ ਦੇ ਚਰਨਾਂ ਵਿੱਚ ਲੰਮਾ ਸਮਾਂ ਰਹਿ ਕੇ ਮੈਂ ਉਹਨਾਂ ਤੋਂ ਰਹਿਮਤਾਂ ਬਖਸ਼ਿਸ਼ਾਂ ਲਈਆਂ ਨੇ। ਤੇ ਬਾਬਾ ਬੁੱਢਾ ਸਾਹਿਬ ਕਹਿਣ ਲੱਗੇ, ਇਹ ਜਿਸ ਬਾਲਕ ਨੇ ਤੁਹਾਡੇ ਘਰ ਜਨਮ ਲਿਆ ਹੈ, ਇਹਨਾਂ ਦੀ ਐਨ ਨਕਸ਼ ਨੁਹਾਰ ਜਿਹੜੇ ਨੇ ਉਹ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨਾਲ ਮੇਲ ਖਾਂਦੇ ਨੇ। ਇਹਨਾਂ ਦੇ ਨਕਸ਼ ਨੁਹਾਰ, ਇਹਨਾਂ ਦਾ ਚਿਹਰਾ ਮੋਹਰਾ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਸੁਮੇਲ ਖਾਂਦਾ ਹੈ। ਇਹ ਗੱਲ ਯਾਦ ਰੱਖਿਓ ਗੁਰਮੁਖੋ, ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਜੀ ਦੇ 5 ਪੁੱਤਰਾਂ ਵਿੱਚੋਂ ਕੇਵਲ ਤੇ ਕੇਵਲ ਬਾਬਾ ਸ਼ਬਦ ਬਾਬਾ ਗੁਰਦਿੱਤਾ ਜੀ ਦੇ ਨਾਲ ਹੀ ਹੈ। ਉਹਨਾਂ ਨੂੰ ਬਚਪਨ ਤੋਂ ਹੀ ਕਹਿ ਲਓ ਕਿ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਜੀ ਸਤਿਕਾਰ ਨਾਲ ਸ਼ਬਦ ਦੇਣ ਲੱਗ ਪਏ ਸਨ, ਕਿਉਂਕਿ ਗੁਰੂ ਹਰਗੋਬਿੰਦ ਮਹਾਰਾਜ ਜੀ ਨੂੰ ਪਤਾ ਸੀ ਗੁਰੂ ਨਾਨਕ ਦੀ ਘਰ ਦੀ ਜੋਤ ਦਾ ਜਿਸਨੇ ਵਾਰਸ ਬਣਨਾ ਹੈ, ਇਹ ਸਤਿਕਾਰਯੋਗ ਉਹਨਾਂ ਦੇ ਪਿਤਾ ਜੀ ਹੋਣਗੇ। ਸ਼੍ਰੀ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਰਹਿਮਤਾਂ ਵਰਤੀਆਂ। ਬਾਬਾ ਗੁਰਦਿੱਤਾ ਜੀ ਸਤਿਗੁਰਾਂ ਦੀ ਕਿਰਪਾ ਦੇ ਨਾਲ ਹੌਲੀ ਹੌਲੀ ਜਿਵੇਂ ਜਵਾਨ ਹੋਏ, ਪਾਲਣ ਪੋਸ਼ਣ ਹੋਇਆ, ਉਹਨਾਂ ਦੀ ਸ਼ਾਦੀ ਹੋਈ। ਸਤਿਗੁਰੂ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਫਿਰ ਬਾਬਾ ਗੁਰਦਿੱਤਾ ਜੀ ਨੂੰ ਇੱਕ ਜ਼ਿੰਮੇਵਾਰੀ ਸੌਂਪੀ। ਉਹ ਜ਼ਿੰਮੇਵਾਰੀ ਕਿਹੜੀ ਸੀ? ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ ਬਾਬਾ ਗੁਰਦਿੱਤਾ ਜੀ ਨੂੰ, ਬੇਟਾ ਜੀ ਤੁਸੀਂ ਇੱਕ ਨਗਰ ਵਸਾਉਣਾ ਹੈ ਤੇ ਉਹ ਨਗਰ ਵਸਾਇਆ ਕੀਰਤਪੁਰ ਸਾਹਿਬ। ਇਹ ਸ਼੍ਰੀ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਕਹਿਣ ਤੇ ਬਾਬਾ ਗੁਰਦਿੱਤਾ ਜੀ ਨੇ ਕੀਰਤਪੁਰ ਨਗਰ ਵਸਾਇਆ। ਮੈਂ ਥੋੜਾ ਜਿਹਾ ਤੁਹਾਡਾ ਧਿਆਨ ਇਸ ਕੀਰਤਪੁਰ ਵੱਲੇ ਲਿਜਾਣਾ ਚਾਹੁੰਦਾ ਹਾਂ ਕਿ ਧੰਨ ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਇਸ ਜਗ੍ਹਾ ਤੇ ਆਏ। ਇਹ ਪਹਾੜੀ ਇਲਾਕਾ ਬੜਾ ਸੁੰਦਰ ਇਲਾਕਾ ਸੀ। ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਇੱਥੇ ਆਏ ਨੇ। ਭਾਈ ਮਰਦਾਨਾ ਆਇਆ ਹੈ, ਉਹਨਾਂ ਦੀ ਰਬਾਬ ਨਾਲ ਤੇ ਗੁਰੂ ਨਾਨਕ ਦੀ ਰਸਨਾ ਦੇ ਨਾਲ ਇਸ ਇਲਾਕੇ ਵਿੱਚ ਇਸ ਪਹਾੜੀਆਂ ਤੇ ਰੱਬੀ ਬਾਣੀ ਗਾਈ ਗਈ ਹੈ। ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਇੱਕ ਆਜ਼ੜੀ ਦੇ ਘਰ ਪਹੁੰਚਦੇ ਨੇ ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਉਹਨੂੰ ਨਿਹਾਲ ਕਰਨ ਵਾਸਤੇ ਗਏ ਨੇ, ਉਹਦੇ ਤੇ ਰਹਿਮਤ ਵਰਤਾਉਣ ਵਾਸਤੇ ਗਏ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਉਸ ਆਜੜੀ ਦੇ ਘਰ ਰਹਿਮਤਾਂ ਵਰਤਾਉਂਦੇ ਸਨ ਤੇ ਉੱਤੇ ਪਹਾੜੀ ਤੇ ਇੱਕ ਬਜ਼ੁਰਗ ਬਾਬਾ ਬੜੇ ਲੰਮੇ ਸਮੇਂ ਤੋਂ ਪਰਮਾਤਮਾ ਦੀ ਬੰਦਗੀ ਕਰਦਾ ਬੈਠਾ ਸੀ।
ਉਹਨੇ ਯਾਦ ਕੀਤਾ ਉਸ ਅਕਾਲ ਪੁਰਖ ਵਾਹਿਗੁਰੂ ਨੂੰ। ਸਮਝ ਲਓ ਅਕਾਲ ਪੁਰਖ ਦਾ ਸਰਗੁਣ ਸਰੂਪ ਗੁਰੂ ਨਾਨਕ ਦੇਵ ਜੀ ਉਸ ਬਾਬੇ ਕੋਲੇ ਪਹੁੰਚੇ। ਉਸ ਬਾਬੇ ਨੂੰ ਅਸੀਂ ਕਹਿੰਦੇ ਹਾਂ ਸਾਈਂ ਬੁੱਢਣ ਸ਼ਾਹ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਉਹਨੇ ਦੀਦਾਰ ਕੀਤੇ ਤੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਉਹ ਬੁੱਢਣ ਸ਼ਾਹ ਕਹਿਣ ਲੱਗਾ, ਮਹਾਰਾਜ ਤੁਹਾਡੇ ਆਉਣ ਨਾਲ, ਤੁਹਾਡੀਆਂ ਕੀਰਤਨ ਦੀਆਂ ਧੁਨਾਂ ਨਾਲ ਲੰਮੇ ਸਮੇਂ ਤੋਂ ਬੈਠੇ ਇਸ ਬਾਬੇ ਨੂੰ ਜਿਹੜੀ ਅੰਦਰ ਦਾ ਟਿਕਾ ਨਹੀਂ ਸੀ ਮਿਲਦਾ, ਉਹ ਤੁਹਾਡੀਆਂ ਕੀਰਤਨ ਦੀਆਂ ਧੁਨਾਂ ਨਾਲ ਮਿਲ ਗਿਆ ਹੈ। ਰਹਿਮਤ ਬੜੀ ਵਰਤਾਈ ਹੈ ਤੁਸੀਂ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਸ ਬਾਬੇ ਨੂੰ ਨਿਹਾਲ ਕੀਤਾ ਤੇ ਉਹ ਬਾਬਾ ਕਹਿਣ ਲੱਗਾ, ਮਹਾਰਾਜ ਮੇਰੇ ਪੀਰ ਨੇ, ਮੇਰੇ ਮਾਲਕ ਨੇ, ਮੇਰੇ ਉਸਤਾਦਾਂ ਨੇ, ਜਾਂ ਕਹਿ ਲਓ ਮੇਰੇ ਗੁਰੂਆਂ ਪੀਰਾਂ ਨੇ ਇਹ ਕਿਹਾ ਸੀ, ਜਦੋਂ ਕੋਈ ਰੱਬ ਦਾ ਪਿਆਰਾ ਆਵੇ, ਜਦੋਂ ਕੋਈ ਰੱਬ ਦਾ ਪਿਆਰਾ ਰਹਿਮਤ ਵਰਤਾਵੇ ਤੇ ਕੁਝ ਨਾ ਹੋ ਸਕੇ ਤੇ ਉਹਦੀ ਸੇਵਾ ਸਮਰੱਥਾ ਦੇ ਮੁਤਾਬਕ ਜਿੰਨੀ ਕੁ ਕਰ ਸਕੀਏ ਕਰਨੀ ਚਾਹੀਦੀ। ਦਾਤਾ ਇਸ ਵੇਲੇ ਮੇਰੇ ਕੋਲ ਤਾਂ ਕੁਝ ਨਹੀਂ, ਮੇਰੇ ਕੋਲੇ ਕੇਵਲ ਬੱਕਰੀਆਂ ਨੇ। ਬੱਕਰੀਆਂ ਦਾ ਦੁੱਧ ਚੋ ਕੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਇੱਕ ਬਰਤਨ ਵਿੱਚ ਪਾ ਕੇ ਬੁੱਢਣ ਸ਼ਾਹ ਫੜਾਉਂਦਾ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ, ਸਾਈਂ ਅਸੀਂ ਇਹ ਦੁੱਧ ਨਹੀਂ ਛਕਣਾ। ਕਹਿਣ ਲੱਗਾ, ਮਹਾਰਾਜ ਕਿਉਂ? ਕਹਿਣ ਲੱਗੇ, ਥੱਲੇ ਜਿਹੜਾ ਆਜ਼ਰੀ ਹੈ, ਪੇਂਜੂ ਹੈ, ਉਸ ਦੇ ਘਰ ਵਿੱਚ ਪਈ ਪ੍ਰਸ਼ਾਦਾ ਪਾਣੀ ਉਸ ਦੇ ਘਰ ਵਿੱਚ ਹੈ। ਤੇ ਸਾਈਂ ਬੁੱਢਣ ਸ਼ਾਹ ਕਹਿਣ ਲੱਗਾ, ਮਹਾਰਾਜ ਕੀ ਇਸ ਬਾਬੇ ਦਾ ਦੁੱਧ ਪ੍ਰਵਾਨ ਨਹੀਂ? ਸਤਿਗੁਰੂ ਕਹਿੰਦੇ, ਦੁੱਧ ਸਾਂਭ ਕੇ ਰੱਖ, ਆਵਾਂਗੇ ਇੱਕ ਦਿਨ ਆਵਾਜ਼ ਮਾਰ ਕੇ ਤੇਰੇ ਕੋਲੋਂ ਦੁੱਧ ਪੀਵਾਂਗੇ। ਇਹਦਾ ਮਤਲਬ ਇਹ ਨਾ ਸਮਝਣਾ, ਕਈ ਵਾਰ ਅਸੀਂ ਇਹ ਕਹਿਣ ਲੱਗ ਪੈਂਦੇ ਵੀ ਉਹਨਾਂ ਦਾ ਦੁੱਧ ਰੱਖ ਛੱਡਿਆ ਸੀ। ਰੱਖ ਨਹੀਂ ਛੱਡਿਆ, ਸਿਰਫ ਗੁਰੂ ਸਾਹਿਬ ਨੇ ਬਚਨ ਕੀਤਾ ਸੀ ਕਿ ਸਾਈਂ ਤੇਰੇ ਕੋਲੋਂ ਦੁੱਧ ਜ਼ਰੂਰ ਛਕਾਂਗੇ, ਆਵਾਜ਼ ਮਾਰ ਕੇ ਛਕਾਂਗੇ। ਅੱਜ ਉਹ ਦਿਨ ਆਇਆ। ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਜੀ ਉੱਥੇ ਪਹੁੰਚੇ ਨੇ। ਆਪਣੇ ਵੱਡੇ ਸਾਹਿਬਜ਼ਾਦੇ ਬਾਬਾ ਗੁਰਦਿੱਤਾ ਜੀ ਨੂੰ ਨਾਲ ਲਿਆ ਹੈ ਤੇ ਜਿਸ ਵੇਲੇ ਸਤਿਗੁਰੂ ਉਸੇ ਜਗ੍ਹਾ ਤੇ ਪਹੁੰਚ ਗਏ ਜਿਸ ਜਗ੍ਹਾ ਤੇ ਸਾਈਂ ਬੁੱਢਣ ਸ਼ਾਹ ਬੈਠਾ ਹੈ। ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਾਈਂ ਬੁੱਢਣ ਸ਼ਾਹ ਨੂੰ ਜਾ ਕੇ ਕਿਹਾ, ਬਾਬਾ ਲਿਆ ਪਈ ਸਾਈਂ ਦੇ ਆ ਬਾਬਿਆਂ ਸਾਨੂੰ ਦੁੱਧ ਛਕਾ। ਇੱਕ ਵਾਰ ਆਵਾਜ਼ ਦਿੱਤੀ। ਭਾਈ ਵੀਰ ਸਿੰਘ ਕਹਿੰਦੇ ਨੇ 3 ਵਾਰ ਗੁਰੂ ਹਰਗੋਬਿੰਦ ਮਹਾਰਾਜ ਜੀ ਨੇ ਕਿਹਾ, ਸਾਈਂ ਵਾਲਿਆ ਲਿਆ ਸਾਨੂੰ ਦੁੱਧ ਛਕਾ। ਜਦੋਂ ਤੀਜੀ ਵਾਰ ਕਿਹਾ ਤੇ ਆਪਣੇ ਨੇਤਰ ਖੋਲੇ ਤੇ ਜਿੰਨੇ 2 ਕਿਰਪਾਨਾਂ ਧਾਰਨ ਕੀਤੀਆਂ ਸੀ, ਮੀਰੀ ਪੀਰੀ ਦੀਆਂ, ਸੁੰਦਰ ਸਿਰ ਤੇ ਕਲਗੀ ਲੱਗੀ ਸੀ, ਉਸ ਸੁੰਦਰ ਕਲਗੀ ਦੇ ਵਿੱਚੋਂ ਉਸ ਤਨ ਦੇ ਉੱਤੇ ਪਾਈਆਂ ਹੋਈਆਂ ਕਹਿ ਲਓ ਕਿ ਮੀਰੀ ਪੀਰੀ ਦੀਆਂ ਕਿਰਪਾਨਾਂ ਇੱਕ ਬਾਦਸ਼ਾਹ ਦਰਵੇਸ਼ ਦੀ ਤੌਰ ਤੇ ਧੰਨ ਗੁਰੂ ਹਰਗੋਬਿੰਦ ਮਹਾਰਾਜ ਜੀ ਦੇ ਵਿੱਚੋਂ ਉਸ ਸਾਈਂ ਬੁੱਢਣ ਸ਼ਾਹ ਨੂੰ ਧੰਨ ਗੁਰੂ ਨਾਨਕ ਮਹਾਰਾਜ ਜੀ ਦਾ ਝਲਕਾਰਾ ਪਿਆ। ਉਹਨੇ ਕਿਹਾ, ਆ ਗਏ ਦੁੱਧ ਲੈਣ ਵਾਸਤੇ? ਹਾਂ ਸਾਈਂ, ਦੁੱਧ ਪੀਣ ਵਾਸਤੇ ਆਏ ਆ। ਉਸ ਵੇਲੇ ਸਾਈਂ ਬੁੱਢਣ ਸ਼ਾਹ ਨੇ ਸਤਿਗੁਰੂ ਮਹਾਰਾਜ ਨੂੰ ਦੁੱਧ ਛਕਾਇਆ। ਫਿਰ ਮੇਰੇ ਸਾਹਿਬ ਨੇ ਇਹਦਾ ਨਾਂ ਫਿਰ ਕੀਰਤਪੁਰ ਕਿਉਂ ਰੱਖਿਆ? ਬਾਬਾ ਗੁਰਦਿੱਤਾ ਨੂੰ ਕਹਿਣ ਲੱਗੇ, ਤੁਸੀਂ ਨਗਰ ਵਸਾਣਾ ਹੈ, ਇਸ ਨਗਰ ਦਾ ਨਾਂ ਇਸ ਕਰਕੇ ਕੀਰਤਪੁਰ ਰੱਖਿਆ ਕਿਉਂਕਿ ਪਹਿਲੇ ਗੁਰੂ ਸਾਹਿਬਾਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਸ ਜਗ੍ਹਾ ਤੇ ਬੈਠ ਕੇ ਉਸ ਨਿਰੰਕਾਰ ਦੀ ਭਈ ਬੰਦਗੀ ਕੀਤੀ, ਉਹਦੀ ਕੀਰਤੀ ਕੀਤੀ, ਤਾਂ ਇਹਦਾ ਨਾਂ ਰੱਖਿਆ ਕੀਰਤਪੁਰ ਸਾਹਿਬ। ਸਤਿਗੁਰੂ ਮਹਾਰਾਜ ਜੀ ਨੇ ਕਿਹਾ ਬਾਬਾ ਗੁਰਦਿੱਤਾ ਜੀ ਨੂੰ ਤੁਸੀਂ ਇੱਥੇ ਟਿਕ ਜਾਣਾ ਹੈ। ਬਾਬਾ ਗੁਰਦਿੱਤਾ ਜੀ ਉਸ ਜਗ੍ਹਾ ਤੇ ਟਿਕ ਗਏ ਕੀਰਤਪੁਰ ਸਾਹਿਬ ਤੇ। ਸਮਾਂ ਆਪਣੀ ਚਾਲੇ ਚੱਲਿਆ, ਮਾਲਕ ਨੇ ਰਹਿਮਤ ਕੀਤੀ ਤੇ 31 ਜਨਵਰੀ ਸਨ 1630 ਨੂੰ ਧੰਨ ਸ਼੍ਰੀ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਹੋਇਆ ਹੈ। ਸਨ 1626 ਨੂੰ ਪਹਿਲੇ ਵੱਡੇ ਪੁੱਤਰ ਪੈਦਾ ਹੋਏ ਜਿਹਦਾ ਨਾਂ ਰੱਖਿਆ ਧੀਰਮਲ। ਜਦੋਂ ਧੀਰਮਲ ਦਾ ਜਨਮ ਹੋਇਆ ਤੇ ਸ਼੍ਰੀ ਗੁਰੂ ਹਰਗੋਬਿੰਦ ਮਹਾਰਾਜ ਜੀ ਅੰਮ੍ਰਿਤਸਰ ਸਾਹਿਬ ਤੋਂ ਚੱਲ ਕੇ ਗਏ, ਬਾਬਾ ਬੁੱਢਾ ਸਾਹਿਬ ਜੀ ਨੂੰ ਨਾਲ ਲਿਆ ਤੇ ਪਤਾ ਚੱਲਿਆ ਕਿ ਪੋਤਰਾ ਹੋਇਆ ਹੈ। ਵੇਖਣ ਵਾਸਤੇ ਗਏ, ਜੋ ਇਤਿਹਾਸਕਾਰਾਂ ਨੇ ਕਿਹਾ ਹੈ ਉਹ ਕਹਿੰਦੇ ਵੇਖਦਿਆਂ ਸਾਰ ਹੀ ਕਿੰਨਾ ਲੰਮਾ ਸਮਾਂ ਪਹਿਲਾਂ ਬੱਚੇ ਵੱਲੇ ਵੇਖਿਆ, ਫਿਰ ਬਾਬਾ ਬੁੱਢਾ ਸਾਹਿਬ ਜੀ ਵੱਲੇ ਵੇਖਿਆ ਤੇ ਗੁਰੂ ਹਰਗੋਬਿੰਦ ਮਹਾਰਾਜ ਜੀ ਨੇ ਜੋ ਸ਼ਬਦ ਕਹੇ ਇਤਿਹਾਸਕਾਰਾਂ ਲਿਖੇ ਨੇ, ਗੁਰੂ ਹਰਗੋਬਿੰਦ ਮਹਾਰਾਜ ਜੀ ਕਹਿਣ ਲੱਗੇ, ਬਾਬਾ ਜੀ ਤਾਇਆ ਜੀ ਘਰੇ ਆ ਗਏ, ਤਾਇਆ ਜੀ ਆ ਗਏ, ਭਾਵ ਪਿਰਥੀ ਦੀ ਰੂਹ ਆ ਗਈ ਘਰੇ, ਜਿਹੜਾ ਧੀਰਮਲ ਹੈ। ਜਦੋਂ 4 ਸਾਲਾਂ ਬਾਅਦ ਫਿਰ ਪੁੱਤਰ ਪੈਦਾ ਹੋਇਆ ਹੈ ਗੁਰੂ ਹਰਿਰਾਏ ਸਾਹਿਬ, ਫਿਰ ਗੁਰੂ ਹਰਗੋਬਿੰਦ ਮਹਾਰਾਜ ਜੀ ਬਾਬਾ ਬੁੱਢਾ ਸਾਹਿਬ ਨੂੰ ਲੈ ਕੇ ਉੱਥੇ ਗਏ। ਅੱਜ ਉਸ ਬਾਲਕ ਦੇ ਦੀਦਾਰ ਕੀਤੇ ਤੇ ਅੱਜ ਸ਼ਬਦ ਕਹੇ, ਕਹਿਣ ਲੱਗੇ ਵੱਡੀ ਵਸਤੂ ਦਾ ਗਾਹਕ ਆ ਗਿਆ ਹੈ। ਇਹ ਸ਼ਬਦ ਗੁਰੂ ਹਰਗੋਬਿੰਦ ਮਹਾਰਾਜ ਜੀ ਦੇ ਭਈ ਵੱਡੀ ਵਸਤੂ ਦਾ ਗਾਹਕ ਆ ਗਿਆ ਹੈ। ਇਹਦਾ ਮਤਲਬ ਸੀ ਇਸ਼ਾਰਾ ਕਰ ਦਿੱਤਾ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ। ਸਮਾਂ ਆਪਣੀ ਚਾਲੇ ਚੱਲਦਾ ਹੈ। ਸ਼੍ਰੀ ਗੁਰੂ ਹਰਗੋਬਿੰਦ ਮਹਾਰਾਜ ਜੀ ਇਸ ਬਾਲਕ ਨੂੰ ਆਪਣੇ ਨਾਲ ਰੱਖਦੇ ਨੇ। ਦਾਦੇ ਤੇ ਪੋਤੇ ਦਾ ਪਿਆਰ ਪੈ ਗਿਆ, ਦਾਦੇ ਤੇ ਪੋਤੇ ਦੀ ਇੰਨੀ ਕੁ ਸਾਂਝ ਬਣ ਗਈ। ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਆਪਣੇ ਕੋਲ ਬਿਠਾ ਕੇ ਗੁਰਬਾਣੀ ਸਿਖਾਉਂਦੇ ਹੈ, ਵੱਡੇ ਗੁਰੂ ਸਾਹਿਬਾਨਾਂ ਦੀਆਂ ਸਾਖੀਆਂ ਸੁਣਾਉਂਦੇ ਹੈ
ਤੇ ਸ੍ਰੀ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੇ ਕਹਿ ਲਓ ਕਿ ਪੋਤਰੇ ਦੀ ਹਰ ਤਰ੍ਹਾਂ ਨਾਲ ਘਾਟ ਘੜਦੇ ਰਹੇ ਨੇ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ। ਇੱਕ ਦਿਨ ਬਾਗ ਵਿੱਚ ਤੁਰ ਰਹੇ ਸਨ ਤੇ ਬਾਗ ਵਿੱਚ ਤੁਰਦਿਆਂ ਹੋਇਆਂ ਗੁਰੂ ਹਰਿ ਰਾਏ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚੋਲੇ ਦੇ ਨਾਲ ਇੱਕ ਫੁੱਲ ਟੁੱਟ ਗਿਆ। ਤੇ ਜਦੋਂ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਜੀ ਨੂੰ ਪਤਾ ਚੱਲਿਆ, ਤੇ ਆਪਾਂ ਕਈ ਵਾਰ ਇਹ ਸ਼ਬਦ ਸੁਣੇ, ਗੁਰੂ ਹਰਗੋਬਿੰਦ ਮਹਾਰਾਜ ਜੀ ਨੇ ਕਿਹਾ ਸੀ, ਬੇਟਾ ਜਦੋਂ ਚੋਲਾ ਵੱਡਾ ਪਾਇਆ ਹੋਵੇ ਤੇ ਦਾਮਨ ਸੰਕੋਚ ਕੇ ਚੱਲੋ, ਤਾਂ ਕਿ ਕਿਤੇ ਫੁੱਲ ਜਿਹੜੇ ਹਨ ਬੇਕਸੂਰ ਹੀ ਵਿਚਾਰੇ ਕਿਤੇ ਫੁੱਲ ਨਾ ਟੁੱਟ ਜਾਣ। ਇਹ ਇਸ਼ਾਰਾ ਸੀ ਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਘਰ ਦੇ ਤੁਸੀਂ ਵਾਰਸ ਬਣਨਾ ਹੈ। ਉੱਥੇ ਸਾਰੀਆਂ ਸ਼ਕਤੀਆਂ ਤੁਹਾਡੇ ਕੋਲੇ ਹੋਣੀਆਂ ਨੇ, ਤੇ ਸਭ ਸ਼ਕਤੀਆਂ ਕੋਲ ਹੁੰਦਿਆਂ ਹੋਇਆਂ ਐਸਾ ਨਾ ਹੋਵੇ ਕਿ ਕਿਤੇ ਕੋਈ ਫੁੱਲ ਨਾ ਟੁੱਟ ਜਾਏ, ਕੋਈ ਹਿਰਦਾ ਨਾ ਟੁੱਟ ਜਾਏ। ਗੁਰੂ ਹਰਗੋਬਿੰਦ ਮਹਾਰਾਜ ਜੀ ਦਾ ਇਸ਼ਾਰਾ ਸੀ। ਸ੍ਰੀ ਗੁਰੂ ਹਰਗੋਬਿੰਦ ਮਹਾਰਾਜ ਜੀ ਨੇ ਫਿਰ ਇਸੇ ਕੀਰਤਪੁਰ ਸਾਹਿਬ ਦੀ ਧਰਤੀ ਤੇ ਆਪਣੇ ਪਰਿਵਾਰ ਨੂੰ ਸਾਰੇ ਨੂੰ ਇੱਥੇ ਸੱਦਿਆ। ਸਤਿਗੁਰੂ ਆਪ ਠਹਿਰੇ, ਸਮਾਂ ਨਜ਼ਦੀਕ ਆ ਗਿਆ ਗੁਰੂ ਹਰਗੋਬਿੰਦ ਮਹਾਰਾਜ ਜੀ ਦਾ। ਤੇ ਅੱਜ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਜੀ ਸਨ 1644 ਨੂੰ ਕੀਰਤਪੁਰ ਸਾਹਿਬ ਦੀ ਧਰਤੀ ਤੇ ਆਪਣੇ ਇਸ ਪੋਤਰੇ ਗੁਰੂ ਹਰਿ ਰਾਏ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਗੁਰਤਾ ਗੱਦੀ ਦੇਣ ਲੱਗੇ ਨੇ। ਜਿਸ ਵੇਲੇ ਗੁਰਤਾ ਗੱਦੀ ਦੇ ਰਹੇ ਧੰਨ ਸ਼੍ਰੀ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਆਪਣੇ ਪੋਤਰੇ ਗੁਰੂ ਹਰਿ ਰਾਏ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ, ਉਸ ਵੇਲੇ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਬੇਅੰਤ ਸੰਗਤਾਂ ਜੁੜੀਆਂ ਸਨ। ਇਉਂ ਕਹਿ ਲਓ ਸਤਿਗੁਰੂ ਮਹਾਰਾਜ ਜੀ ਦੇ 3 ਪੁੱਤ ਉਸ ਵੇਲੇ ਮੌਜੂਦ ਸਨ। ਇੱਕ ਬਾਬਾ ਅਣੀ ਰਾਏ ਜੀ, ਇੱਕ ਬਾਬਾ ਸੂਰਜਮਲ ਜੀ, ਇੱਕ ਗੁਰੂ ਤੇਗ ਬਹਾਦਰ ਮਹਾਰਾਜ ਜੀ। 2 ਪੁੱਤਰ ਜਾ ਚੁੱਕੇ ਸਨ। ਬਾਬਾ ਅਟਲ ਰਾਏ ਜੀ ਵੀ ਭਰ ਜਵਾਨੀ ਵਿੱਚ ਤੁਰ ਗਏ। ਜਦੋਂ ਗੁਰੂ ਮਹਾਰਾਜ ਜੀ ਨੇ ਕਿਹਾ ਸੀ ਤੁਸੀਂ ਇਹ ਜਿਹੜਾ ਕਰਾਮਾਤ ਵਿਖਾਈ ਹੈ ਬੱਚੇ ਨੂੰ ਜਵਾਲਣ ਵਾਲੀ, ਇਹ ਗੁਰੂ ਨਾਨਕ ਦੇ ਘਰ ਵਿੱਚ ਪ੍ਰਵਾਨ ਨਹੀਂ ਹੈ। ਤੇ ਬਾਬਾ ਅਟਲ ਰਾਏ ਜੀ 9 ਸਾਲ ਦੀ ਉਮਰ ਵਿੱਚ ਤੁਰ ਗਏ ਸਨ। ਦੂਸਰਾ ਬਾਬਾ ਗੁਰਦਿੱਤਾ ਜੀ, ਬਾਬਾ ਗੁਰਦਿੱਤਾ ਜੀ ਦੇ ਨਾਲ ਵੀ ਇਹੀ ਸੰਬੰਧਿਤ ਸਾਹੀ ਹੈ ਕਿ ਉਹਨਾਂ ਨੇ ਮੋਈ ਹੋਈ ਗਊ ਜਵਾਈ ਸੀ। ਤੇ ਉਹਨਾਂ ਨੂੰ ਪਤਾ ਚੱਲ ਗਿਆ ਕਿ ਜਦੋਂ ਉਹਨਾਂ ਨੇ ਅਟਲ ਰਾਏ ਜੀ ਨੂੰ ਨਹੀਂ ਮਾਫ ਕੀਤਾ ਤੇ ਮੈਨੂੰ ਕਿਵੇਂ ਕਰ ਸਕਦੇ। ਆ ਕੇ ਉਹਨਾਂ ਨੇ ਕਹਿ ਦਿੱਤਾ, ਮਹਾਰਾਜ ਮੇਰੇ ਕੋਲ ਭੁੱਲ ਹੋਈ, ਤੇ ਇਸ ਭੁੱਲ ਦੀ ਇਹ ਕਹਿ ਲਓ ਖਿਮਾ ਜਾਚਨਾ ਵੀ ਕਰ ਲਈ, ਪਰ ਸਤਿਗੁਰਾਂ ਕੋਲੋਂ ਆਗਿਆ ਲੈ ਕੇ ਕਹਿ ਲਓ ਕਿ ਬਾਬਾ ਗੁਰਦਿੱਤਾ ਜੀ ਵੀ ਅਕਾਲ ਪੁਰਖ ਨੂੰ ਪਿਆਰੇ ਹੋ ਗਏ, ਜੋਤੀ ਜੋਤ ਸਮਾ ਗਏ। ਬਾਬਾ ਜਿਹੜਾ ਬੁੱਢਣ ਸ਼ਾਹ ਦੀ ਜਗ੍ਹਾ ਦੇ ਨੇੜੇ ਹੀ ਬਾਬਾ ਗੁਰਦਿੱਤਾ ਜੀ ਦਾ ਵੀ ਸੰਸਕਾਰ ਕੀਤਾ ਗਿਆ। ਖੈਰ ਜਿਹੜੀ ਮੈਂ ਬੇਨਤੀ ਕਰਨ ਲੱਗਿਆ ਕਿ ਗੁਰਮੁਖੋ 3 ਪੁੱਤਰ ਸਨ ਉਸ ਵੇਲੇ, ਅਣੀ ਰਾਏ, ਸੂਰਜਮਲ ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ। ਮਾਤਾ ਨਾਨਕੀ ਜੀ ਆਪਣੇ ਪੁੱਤਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਲੈ ਕੇ ਕੀਰਤਪੁਰ ਸਾਹਿਬ ਜਦੋਂ ਪਹੁੰਚੇ, ਗੁਰਤਾ ਗੱਦੀ ਜਿਸ ਵੇਲੇ ਦਿੱਤੀ ਜਾ ਰਹੀ ਸੀ, ਤੇ ਮਾਤਾ ਨਾਨਕੀ ਜੀ ਨੇ ਇੱਕ ਸ਼ਬਦ ਕਿਹਾ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ, ਸੁਆਮੀ ਦੇਵ ਮੇਰਾ ਪੁੱਤਰ ਜਿਹੜਾ ਤੇਗ ਬਹਾਦਰ ਬੰਦਗੀ ਵਾਲਾ ਭਗਤੀ ਵਾਲਾ ਹੈ, ਦਾਤਾ ਇਸ ਮੇਰੇ ਪੁੱਤਰ ਦੇ ਬਾਰੇ ਕੋਈ ਬਚਨ, ਕੋਈ ਸ਼ਬਦ ਕਿ ਗੁਰੂ ਨਾਨਕ ਦੇ ਘਰ ਦਾ ਮਾਲਕ ਇਸ ਤੋਂ ਬਾਅਦ ਪੁੱਤਰ ਦੀ ਵੀ ਵਾਰੀ ਆਵੇਗੀ। ਤੇ ਸ੍ਰੀ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਿਹਾ ਸੀ, ਨਾਨਕੀ ਤੁਸੀਂ ਬੜਾ ਕੁਝ ਦੇਖਣਾ ਅਜੇ। ਫਿਰ ਉੱਥੇ ਸਤਿਗੁਰੂ ਹਰਗੋਬਿੰਦ ਮਹਾਰਾਜ ਜੀ ਨੇ ਇੱਕ ਪੋਥੀ ਜਿਹਦੇ ਵਿੱਚ ਬਾਣੀ ਸੀ, ਇੱਕ ਸਤਿਗੁਰੂ ਮਹਾਰਾਜ ਜੀ ਦੇ ਰਮਾਲ ਤੇ ਇੱਕ ਕਟਾਰ ਦੇ ਕੇ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਜੀ ਨੇ 3 ਬਖਸ਼ਾਂ ਦੇ ਕੇ ਕਹਿਣ ਲੱਗੇ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਤੁਸੀਂ ਚਲੇ ਜਾਓ। ਇਹ ਤਾਂ ਉੱਥੇ ਆ ਗਏ ਤੇ ਸਤਿਗੁਰੂ ਮਹਾਰਾਜ ਜੀ ਨੇ ਕਿਹਾ, ਅਣੀ ਰਾਏ ਜੀ, ਸੂਰਜਮਲ ਜੀ, ਬੇਟਾ ਜੀ ਤੁਸੀਂ ਇਹਨਾਂ ਗੁਰੂ ਹਰਿ ਰਾਏ ਸਾਹਿਬ ਸੱਚੇ ਪਾਤਸ਼ਾਹ ਦੀ ਆਗਿਆ ਵਿੱਚ ਚੱਲਣਾ ਹੈ, ਹੁਕਮ ਦੀ ਅਦੁੱਲੀ ਨਹੀਂ ਕਰਨੀ। ਤੇ ਧੀਰ ਮੱਲ ਜਿਹੜਾ ਸੀ ਉਹਨੇ ਬਗਾਵਤ ਕਰ ਦਿੱਤੀ ਸੀ। ਧੀਰ ਮੱਲ ਨੇ ਪਹਿਲਾਂ ਹੀ ਬਗਾਵਤ ਕਰ ਦਿੱਤੀ ਹੋਈ ਸੀ। ਤੇ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਜੀ ਰਹਿਮਤਾਂ ਵਰਤਾ ਕੇ ਕਹਿ ਲਓ ਕਿ ਆਪਣੀ ਜੋਤ ਆਪਣੇ ਪੋਤਰੇ ਵਿੱਚ ਟਿਕਾ ਦਿੱਤੀ ਗੁਰੂ ਹਰਿ ਰਾਏ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਵਿੱਚ। ਹੁਣ ਗੁਰੂ ਹਰਿ ਰਾਏ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਗੁਰੂ ਬਣ ਕੇ ਕੀਰਤਪੁਰ ਸਾਹਿਬ ਦੀ ਧਰਤੀ ਤੇ ਰਹਿਮਤਾਂ ਵਰਤਾਉਣ ਲੱਗ ਪਏ। ਸਤਿਗੁਰੂ ਗੁਰੂ ਹਰਿ ਰਾਏ ਸਾਹਿਬ ਮਹਾਰਾਜ ਜੀ ਨੇ 2200 ਘੋੜ ਸਵਾਰ ਆਪਣੇ ਕੋਲ ਰੱਖਿਆ ਸੀ, ਫੌਜ ਰੱਖੀ, ਪਰ ਜੰਗ ਨਹੀਂ ਸਤਿਗੁਰੂ ਮਹਾਰਾਜ ਜੀ ਦੇ ਸਮੇਂ ਤੇ ਕੋਈ ਹੋਇਆ। 2200 ਘੋੜ ਸਵਾਰ ਰੱਖਿਆ। ਗੁਰੂ ਹਰਿ ਰਾਏ ਸਾਹਿਬ ਮਹਾਰਾਜ ਜੀ ਨੇ ਦਵਾਖਾਨਾ ਬਣਾਇਆ ਕੀਰਤਪੁਰ ਸਾਹਿਬ ਦੀ ਧਰਤੀ ਤੇ। ਇਹ ਉਹੀ ਦਵਾਖਾਨਾ ਹੈ ਜਿਸ ਦਵਾਖਾਨੇ ਵਿੱਚੋਂ ਦਾਰਾ ਸ਼ਿਕੋਹ ਦੇ ਵਾਸਤੇ ਕੁਝ ਕੀਮਤੀ ਜਿਹੜੀਆਂ ਚੀਜ਼ਾਂ ਚਾਹੀਦੀਆਂ ਸਨ ਇੱਥੋਂ ਹੀ ਮਿਲੀਆਂ ਸੀ। ਤੇ ਦਾਰਾ ਸ਼ਿਕੋਹ ਦੇ ਜਿਹੜਾ ਉਸ ਨੂੰ ਸ਼ੇਰ ਦੀ ਮੁੱਛ ਦਾ ਵਾਲ ਖਵਾ ਦਿੱਤਾ ਗਿਆ ਸੀ ਤੇ ਉਹਨੂੰ ਆਰਾਮ ਆਇਆ ਸੀ ਗੁਰੂ ਹਰਗੋਬਿੰਦ ਮਹਾਰਾਜ ਜੀ ਦੇ ਦਵਾਖਾਨੇ ਵਿੱਚੋਂ ਦਵਾਈ ਲਿਜਾਣ ਨਾਲ। ਇਹਦਾ ਮਤਲਬ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਿੰਨੀ ਕੁ ਰਹਿਮਤ ਵਰਤਾਈ ਕਿ ਦਾਰਾ ਸ਼ਿਕੋਹ ਦਾ ਵੀ ਭਲਾ ਕੀਤਾ। ਇਤਿਹਾਸਕਾਰ ਕਹਿੰਦੇ ਨੇ
ਗੁਰੂ ਹਰ ਰਾਏ ਸਾਹਿਬ ਸ਼ਿਕਾਰ ਨੂੰ ਚੜ੍ਹਦੇ ਜ਼ਰੂਰ ਸਨ, ਪਰ ਜਿਉਂਦਾ ਹੀ ਸ਼ਿਕਾਰ ਪਕੜ ਕੇ ਲੈ ਆਉਂਦੇ ਸਨ। ਜੇ ਕੋਈ ਜ਼ਖਮੀ ਹੁੰਦਾ ਸੀ ਤੇ ਸਤਿਗੁਰੂ ਮਹਾਰਾਜ ਜੀ ਉਹਦਾ ਇਲਾਜ ਕਰਦੇ ਸਨ। ਸ੍ਰੀ ਗੁਰੂ ਹਰ ਰਾਏ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀਆਂ ਜੀਵਨ ਦੀਆਂ ਘਟਨਾਵਾਂ ਜੋ ਮੈਂ ਤੁਹਾਡੇ ਸਨਮੁਖ ਰੱਖਣੀਆਂ ਨੇ, ਉਹਦੇ ਵਿੱਚ ਤਿੰਨ ਬੜੀਆਂ ਅਹਿਮ ਨੇ। ਇੱਕ ਤਾਂ ਗੁਰਬਾਣੀ ਦਾ ਅਦਬ, ਦੂਜਾ ਸਿਧਾਂਤ ਦੀ ਪਰਪੱਕਤਾ, ਤੀਜਾ ਸੁਝਾਤ ਨਾਲ ਸਮਝੌਤਾ ਕੋਈ ਨਹੀਂ ਹੈ। ਇਹ ਗੁਰੂ ਮਹਾਰਾਜ ਜੀ ਦੇ ਜੀਵਨ ਦੇ ਵਿੱਚੋਂ ਸਾਨੂੰ ਅਹਿਮ ਘਟਨਾਵਾਂ ਮਿਲਣਗੀਆਂ। ਸ੍ਰੀ ਗੁਰੂ ਹਰ ਰਾਏ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਜਿੱਥੇ ਇਹ ਰਹਿਮਤਾਂ ਵਰਤਾਈਆਂ, ਉੱਥੇ ਮੇਰੇ ਸਤਿਗੁਰੂ ਜੀ ਨੇ ਪ੍ਰਚਾਰ ਵੀ ਦੂਰ ਦੂਰ ਜਾ ਕੇ, ਭਾਵੇਂ ਬਹੁਤਾ ਲੰਮਾ ਸਮਾਂ ਸਤਿਗੁਰੂ ਦੂਰ ਨਹੀਂ ਰਹੇ, ਪਰ ਪੰਜਾਬ ਦੀ ਧਰਤੀ ਗੋਇੰਦਵਾਲ ਸਾਹਿਬ ਕਹਿ ਲਓ, ਕਰਤਾਰਪੁਰ ਜਿਹੜਾ ਜਲੰਧਰ ਦੇ ਨੇੜੇ, ਉੱਥੇ ਵੀ ਗੁਰੂ ਹਰਗੋਬਿੰਦ ਮਹਾਰਾਜ ਜੀ ਗਏ, ਹਰ ਰਾਏ ਸਾਹਿਬ ਜੀ ਗਏ। ਇੱਕ ਦਿਨ ਸਤਿਗੁਰੂ ਮਹਾਰਾਜ ਜੀ ਸੰਗਤਾਂ ਦੀ ਬੇਨਤੀ ਨੂੰ ਪ੍ਰਵਾਨ ਕਰਕੇ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਪਹੁੰਚਦੇ ਨੇ ਤੇ ਬਾਬਾ ਧੀਰਮਲ ਉਦੋਂ ਕਰਤਾਰਪੁਰ ਟਿਕਿਆ ਹੋਇਆ ਸੀ। ਬਾਬਾ ਧੀਰਮਲ ਨੇ ਬੜੇ ਯਤਨ ਕੀਤੇ, ਬੜੀਆਂ ਕੋਸ਼ਿਸ਼ਾਂ ਕੀਤੀਆਂ, ਵਿਰੋਧਤਾ ਤੇ ਉਹ ਕਰਦਾ ਰਿਹਾ, ਪਰ ਉਹਦੀ ਕੋਈ ਪੇਸ਼ ਨਾ ਗਈ। ਬਾਬਾ ਧੀਰਮਲ ਜੀ ਨੂੰ ਪਤਾ ਚੱਲਿਆ ਕਿ ਗੁਰੂ ਹਰ ਰਾਏ ਸਾਹਿਬ ਮਹਾਰਾਜ ਜੀ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਪਹੁੰਚੇ ਨੇ ਇੱਕ ਸ਼ਰਧਾਲੂ ਦੇ ਘਰੇ, ਤੇ ਬਾਬੇ ਧੀਰਮਲ ਨੇ ਉੱਥੇ ਇੱਕ ਚਲਾਕੀ ਖੇਡੀ। ਆਪਣੀ ਵੱਲੋਂ ਤਾਂ ਉਹਨੇ ਗੁਰੂ ਹਰ ਰਾਏ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਇਉਂ ਕਹਿ ਲਓ ਕਿ ਗੁਰੂ ਨਾਨਕ ਦੇ ਘਰ ਦੀ ਹੇਠੀ ਕਰਨ ਲਈ ਸੋਚੀ, ਪਰ ਉਹ ਕੀ ਜਾਣੇ ਕਿ ਜਿੱਥੇ ਗੁਰੂ ਨਾਨਕ ਦੀ ਜੋਤ ਵਰਤਦੀ ਉੱਥੇ ਰਹਿਮਤਾਂ ਵੀ ਸਾਰੀਆਂ ਵਰਤਦੀਆਂ ਨੇ। ਸਤਿਗੁਰੂ ਗੁਰੂ ਹਰ ਰਾਏ ਸਾਹਿਬ ਜੀ ਕਰਤਾਰਪੁਰ ਪਹੁੰਚੇ। ਇਹਨਾਂ ਦਿਨਾਂ ਵਿੱਚ ਇੱਕ ਪੰਡਤ ਦਾ ਨੌਜਵਾਨ ਪੁੱਤਰ ਚੜ੍ਹਾਈ ਕਰ ਜਾਂਦਾ ਹੈ। ਬਾਬੇ ਧੀਰਮਲ ਨੇ ਜਾ ਕੇ ਉਹਨਾਂ ਨੂੰ ਚੁੱਕਿਆ, ਕਹਿਣ ਲੱਗੇ ਜੇ ਤੁਸੀਂ ਆਪਣੇ ਪੁੱਤਰ ਨੂੰ ਜਿਉਂਦਾ ਕਰਨਾ ਚਾਹੁੰਦੇ ਹੋ ਤੇ ਗੁਰੂ ਹਰ ਰਾਏ ਸਾਹਿਬ ਆਏ ਨੇ, ਉਹਨਾਂ ਦੇ ਕੋਲੇ ਲੈ ਜਾਓ, ਜਿਉਂਦਾ ਕਰਨਗੇ। ਇਹਦੇ ਵਿੱਚ ਦੋ ਬਾਬਾ ਧੀਰਮਲ ਜੀ ਦੀ ਕਹਿ ਲਓ ਕਿ ਚਲਾਕੀ ਇਹ ਸੀ, ਉਹਦੇ ਮਨ ਵਿੱਚ ਇਹ ਸੀ ਜੇ ਗੁਰੂ ਹਰ ਰਾਏ ਸਾਹਿਬ ਮਹਾਰਾਜ ਜੀ ਨੇ ਪੁੱਤਰ ਜਿੰਦਾ ਕਰ ਦਿੱਤਾ ਤਾਂ ਇਹ ਚਰਚਾ ਕਰਾਂਗੇ ਕਿ ਕਰਾਮਾਤ ਵਿਖਾਈਏ, ਤੇ ਪਹਿਲੇ ਗੁਰੂ ਸਾਹਿਬਾਨਾਂ ਨੇ ਕਰਾਮਾਤ ਵਿਖਾਉਣ ਦਾ ਵਿਰੋਧ ਕੀਤਾ ਹੈ। ਜੇ ਪੁੱਤਰ ਜਿੰਦਾ ਨਾ ਕੀਤਾ ਤੇ ਫਿਰ ਇਹ ਕਹਿ ਦੇਵਾਂਗੇ ਕਿ ਇਹਦੇ ਕੋਲੇ ਕਿਹੜੀ ਕੋਈ ਤਾਕਤ ਹੈ। ਇਹ ਬਾਬਾ ਧੀਰਮਲ ਜੀ ਦੀ ਚਲਾਕੀ ਸੀ। ਗੁਰੂ ਹਰ ਰਾਏ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਬ੍ਰਾਹਮਣ ਆਪਣੇ ਪੁੱਤਰ ਨੂੰ ਲੈ ਕੇ ਪਹੁੰਚਿਆ ਹੈ, ਤੇ ਜਿਸ ਵੇਲੇ ਰੋ ਰੋ ਕੇ ਉਹਨੇ ਕਿਹਾ ਮਹਾਰਾਜ ਮੇਰਾ ਇੱਕੋ ਇੱਕ ਪੁੱਤਰ ਚੜ੍ਹਾਈ ਕਰ ਗਿਆ, ਨੂੰ ਜਿੰਦਾ ਕਰੋ, ਤੇ ਗੁਰੂ ਹਰ ਰਾਏ ਸਾਹਿਬ ਮਹਾਰਾਜ ਜੀ ਦੇ ਇੱਕਦਮ ਉਹ ਸਾਰਾ ਕੁਝ ਸਾਹਮਣੇ ਆ ਗਿਆ। ਬਾਬਾ ਅਟਲ ਰਾਏ ਜੀ, ਪਿਤਾ ਬਾਬਾ ਗੁਰਦਿੱਤਾ ਜੀ, ਸਾਰਾ ਕੁਝ ਸਾਹਮਣੇ ਆ ਗਿਆ ਕਿ ਪਿਤਾ ਜੀ ਨੇ ਤੇ ਇਹ ਜਿਹੜੀ ਸੀ ਆਗਿਆ ਗੁਰੂ ਹਰਗੋਬਿੰਦ ਮਹਾਰਾਜ ਦਾਦਾ ਜੀ ਆਗਿਆ ਨਹੀਂ ਇਹ ਦਿੰਦੇ। ਪਰ ਸਤਿਗੁਰੂ ਗੁਰੂ ਹਰ ਰਾਏ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ ਭਾਈ ਅਕਾਲ ਪੁਰਖ ਦਾ ਭਾਣਾ ਸਤ ਕਰਕੇ ਮੰਨਣਾ ਚਾਹੀਦਾ। ਸੰਗਤ ਵਿੱਚ ਬੈਠੇ ਹੋਏ ਸਨ ਭਾਈ ਜੀਵਨ, ਜਿਹੜੇ ਭਾਈ ਭਗਤੂ ਦੇ ਪੁੱਤਰ ਸਨ। ਉਹ ਭਾਈ ਭਗਤੂ ਉਹੀ ਹੈ ਜਿਹੜਾ ਭਾਈ ਆਦਮ ਦਾ ਪੁੱਤਰ ਹੈ, ਜੋ ਗੁਰੂ ਰਾਮਦਾਸ ਮਹਾਰਾਜ ਜੀ ਤੋਂ ਰਹਿਮਤ ਜਿਹਨੂੰ ਮਿਲੀ ਸੀ। ਭਾਈ ਭਗਤੂ ਦਾ ਪੁੱਤਰ ਬੈਠਾ, ਭਾਈ ਜੀਵਨ ਤੇ ਭਾਈ ਗੌਰਾ ਦੋ ਪੁੱਤਰ ਸਨ। ਭਾਈ ਜੀਵਨ ਦੇ ਮਨ ਵਿੱਚ ਜਿਹੜਾ ਫੁਰਨਾ ਉੱਠਿਆ, ਕਹਿਣ ਲੱਗਾ ਮਹਾਰਾਜ ਜੇ ਪੰਡਤ ਆ ਕੇ ਰੋਂਦਾ ਹੈ, ਕਰਲਾਂਦਾ ਹੈ ਕਿ ਮੇਰਾ ਪੁੱਤਰ ਚੜ੍ਹਾਈ ਕਰ ਗਿਆ, ਦਾਤਾ ਤੇਰੇ ਘਰ ਵਿੱਚ ਕਿਹੜੀ ਗੱਲ ਦਾ ਘਾਟਾ ਹੈ? ਸਤਿਗੁਰ ਮੇਰਾ ਮਾਰ ਜਵਾਲੇ ਸਾਰੀ ਸਮਰੱਥਾ ਤੁਹਾਡੇ ਕੋਲੇ ਹੈ, ਦਾਤਾ ਜੀ ਕਿਰਪਾ ਕਰ ਦਿਓ, ਰਹਿਮਤ ਕਰ ਦਿਓ। ਇਹ ਫੁਰਨਾ ਉੱਠਿਆ ਸਿੱਖ ਦੇ ਅੰਦਰੋਂ, ਤੇ ਸਤਿਗੁਰੂ ਮਹਾਰਾਜ ਜੀ ਨੇ ਸੰਗਤ ਵਿੱਚ ਬੈਠਿਆ, ਸਿੰਘਾਸਨ ਤੇ ਬੈਠਿਆ ਗੁਰੂ ਹਰ ਰਾਏ ਸਾਹਿਬ ਜੀ ਕਹਿਣ ਲੱਗੇ ਭਾਈ ਜੇ ਕਿਸੇ ਦੇ ਮਨ ਵਿੱਚ ਇਹ ਫੁਰਨੇ ਉੱਠਦੇ ਨੇ ਕਿ ਇਹ ਲੜਕਾ ਜਿੰਦਾ ਹੋਣਾ ਚਾਹੀਦਾ ਹੈ, ਤੇ ਯਾਦ ਰੱਖੋ ਜੇ ਕਿਸੇ ਨੂੰ ਕੁਝ ਦੇਣਾ ਤੇ ਕੁਝ ਗਵਾਉਣਾ ਪੈਂਦਾ ਹੈ। ਜੇ ਕਿਸੇ ਨੂੰ ਕੋਈ ਸੁੱਖ ਦੇਣਾ ਹੈ ਤੇ ਆਪਣੇ ਤਨ ਉੱਤੇ ਦੁੱਖ ਝੱਲਣਾ ਪੈਂਦਾ, ਆਪ ਦੁੱਖ ਦੇ ਕੇ ਕਿਸੇ ਨੂੰ ਸੁੱਖ ਦਿੱਤਾ ਜਾ ਸਕਦਾ ਹੈ। ਇਹ ਸ਼ਬਦ ਭਾਈ ਜੀਵਨ ਦੇ ਕੰਨਾਂ ਵਿੱਚ ਪਏ। ਭਾਈ ਜੀਵਨ ਨੇ ਜਾ ਕੇ ਚਾਦਰਾਂ ਲੈ ਕੇ ਉੱਪਰ ਅਰਦਾਸ ਕਰ ਦਿੱਤੀ, ਹੇ ਮਾਲਕ ਕਿਰਪਾ ਕਰੋ ਮੇਰੀ ਜਿੰਦ ਜਾਨ, ਮੇਰੇ ਬਚੇ ਹੋਏ ਸਵਾਸ ਇਸ ਨੂੰ ਮਿਲ ਜਾਣ। ਹੇ ਦਾਤਾ ਮੇਰੀ ਇਸ, ਚਾਹੇ ਇਹ ਮੇਰੀ ਗਲਤੀ ਹੈ ਤੇ ਚਾਹੇ ਦਾਤਾ ਇਹਨੂੰ ਮੈਨੂੰ ਰਜਾਤ ਸਮਝ ਲਈ, ਚਾਹੇ ਮੈਨੂੰ ਰਜਾ ਤੋਂ ਬਾਹਰ ਸਮਝ ਲਈ, ਦਾਤਾ ਜੋ ਵੀ ਹੈ ਮੈਂ ਭਲੇ ਵਾਸਤੇ, ਮੈਂ ਗੁਰੂ ਨਾਨਕ ਮਹਾਰਾਜ ਜੀ ਦੀ ਘਰ ਦੀ ਵਡਿਆਈ ਵਾਸਤੇ ਆਪਣੇ ਆਪ ਨੂੰ ਕੁਰਬਾਨ ਕਰਨ ਨੂੰ ਤਿਆਰ ਹਾਂ। ਭਾਈ ਜੀਵਨ ਚੜ੍ਹਾਈ ਕਰ ਗਿਆ ਤੇ ਇਹ ਨੌਜਵਾਨ ਉੱਠ ਕੇ ਬੈਠ ਗਿਆ। ਇਹ ਕੋਈ ਅੱਧ ਕਥਨੀਆਂ ਨਹੀਂ, ਇਹ ਇਤਿਹਾਸ ਹੈ ਸਾਡਾ ਗੁਰਮੁਖੋ। ਸਤਿਗੁਰੂ ਗੁਰੂ ਹਰ ਰਾਏ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਉੱਠ ਕੇ ਉਸ ਬੱਚੇ ਨੇ ਮੱਥਾ ਟੇਕਿਆ। ਮੇਰੇ ਸਾਹਿਬ ਗੁਰੂ ਹਰ ਰਾਏ ਸਾਹਿਬ ਜੀ ਇੱਕਦਮ ਉੱਠੇ, ਉਸ ਜਿੱਥੇ ਬੱਚੇ ਨੂੰ ਗਲ ਨਾਲ ਲਾਇਆ ਉੱਥੇ ਸਤਿਗੁਰੂ ਮਹਾਰਾਜ ਜੀ ਪਹੁੰਚ ਗਏ, ਜਿੱਥੇ ਭਾਈ ਜੀਵਨ ਜੀ ਚੜ੍ਹਾਈ ਕਰ ਗਏ ਸਨ। ਮੇਰੇ ਸਾਹਿਬ ਨੇ ਜਾ ਕੇ ਭਾਈ ਜੀਵਨ ਦੇ ਉੱਪਰ ਚਾਦਰਾ ਲਾਇਆ, ਦੇਖਿਆ ਤੇ ਭਾਈ ਜੀਵਨ ਜੀ ਚੜ੍ਹਾਈ ਕਰ ਚੁੱਕੇ ਸਨ। ਸਤਿਗੁਰੂ ਮਹਾਰਾਜ ਜੀ ਨੇ
भाई जीवन ते भी कह लो रहमतां वरता दित्तियां। इस तरह मेरे साहब ने कृपा वरताई। हुण सतगुरु गुरु हर राय साहब सच्चे पातशाह फिर कीरतपुर साहब की धरती ते टिक जाते हैं। सतगुरु महाराज जी इधर कीरतपुर साहब की धरती ते टिक जाते हैं, उधर जिहड़ा बादशाह दे आपस में शाहजहान चढ़ाई कर जाता है, तो उस तो बाद जिहड़ी उहदे पुत्रां दी आपसी जंग शुरू हो जाती है तख्त तो। उस तख्त नूं हासिल करने लई औरंगजेब ने बड़ा कुछ किया ते तख्त ते औरंगजेब बैठ गया। औरंगजेब तख्त ते बैठ गया। इधर गुरु हर राय साहब सच्चे पातशाह महाराज जी कीरतपुर साहब की धरती ते रहमतां वरताउंदे ने। ते सतगुरु गुरु हर राय साहब महाराज जी दा कह लो कि एक गुरु नानक दे घर की वडियाई का पता तो चलता पिया सी सारे बन्ने ही। औरंगजेब बादशाह तक ये खबरां पहुँच गईयां कि गुरु हर राय साहब सच्चे पातशाह महाराज जी कीरतपुर साहब की धरती ते 2200 घोड़ सवार रख के फौज रख के बैठे ने। ते इहो कह लो कुछ इतिहासकार तां ये भी कहते हैं कि बाबा धीरमल जी ने भी औरंगजेब तक पहुँच की कि मैनू तख्त दवा दिओ, मैनू गद्दी दवा दिओ। हो सकता है गल भी सच्चाई होएगी, क्योंकि उन्हें हाथ पैर तो सारे ही मारे सन, यतन तो उन्हें सारे किए। कहते ने औरंगजेब बादशाह ने श्री गुरु हर राय साहब सच्चे पातशाह महाराज को दिल्ली बुलाया है। असली का कारण तो कोई होएगा ना, औरंगजेब बादशाह तक कुछ ना कुछ तो खबरां पहुँचिया होणगियां गुरु हर राय साहब महाराज जी दियां, चाहे विरोध में चाहे हक में। ताई तो औरंगजेब बादशाह ने सतगुरु महाराज को बुलाउण लिखिया ना कि महाराज दिल्ली आके मिलो। गुरु हर राय साहब सच्चे पातशाह महाराज जी आप नहीं जाते, अपने बड़े साहबजादे बाबा राम राय जी उन्होंने श्री गुरु हर राय साहब महाराज जी दिल्ली औरंगजेब बादशाह नाल गलबात करने भेजते। गुरमुखो याद रखियो जे बाबा राम राय बड़ा सूझबूझ वाला, बड़ा ज्ञानवान, हाजिर जवाब से कोई शक नहीं सी इस विच कि बाबा राम राय विद्वान नहीं सी, क्योंकि बादशाह नाल गल करन वास्ते भेजना होवे ते किसी अनपढ़ बंदे नूं थोड़ा भेज देना सी, ज्ञानवान नूं भेजना सी ना, जिहड़ा बादशाह की हर तरह नाल तसल्ली करवावे। ते गुरु हर राय साहब सच्चे पातशाह जी ने कोल बुलाया, कहन लगे बेटा बादशाह कोले जाना है, बादशाह के हर सवाल का जवाब देना है। एक होर बचन क्या बेटा, जदों तक गुरु नानक साहब की भै भावनी में रह के बादशाह नाल हर सवाल का जवाब देंदे रहोगे, गुरु नानक की रहमत वरती रहेगी। जे किते बादशाह की खुशामद कर लई जां उहदी खुशी कर लैन लई जे रता जिन्ना भी सिद्धांत तो थिड़क गए तो याद रखियो गुरु नानक की कोई रहमत नहीं वरतेगी। ये वचन करके तोड़ दिता। बाबा राम राय जी तुरे नाल मसंद चले ते दिल्ली पहुँच गए। बादशाह औरंगजेब दे नाल गल्लां बातां होईयां, साडे कोले वो गल्लां नहीं पहुँचियां, साडे कोले लिखत नहीं आई कि औरंगजेब बादशाह दी ते बाबा राम राय दी वार्तालाप की हुई। नहीं समझिया गया इतिहास, जां कह लो उस वेले वो जिहड़ी जे किसी ने लिखी भी होएगी जां नहीं लिखिया गया, वो साडे कोले पहुँच नहीं सके किसी भी तरीके दे नाल भी वो गलबात होईगी। औरंगजेब सवाल की करता रहा तो बाबा राम राय दा जवाब की दिंदा रहा। साडे कोले ते केवल एक ही शब्द पहुँचा है, वो शब्द ये है कि जदों गुरु जिस वेले राम राय जी नूं औरंगजेब बादशाह ने अपनी भरी हुई सभा दे विच काजियां मुलाणियां दे कहण ते ये शब्द पुछया कि भाई गुरु नानक महाराज जी का एक शब्द है, वो शब्द है कि मिट्टी मुसलमान की पेड़े पई कमिहार, घड़ भांडे इट्टां किया जल्दी करे पुकार, जल जल रोवे बपड़ी झड़ झड़ पवे अंगियार। ये जिहड़ा शब्द है, कह लगे बाबा जी ये शब्द का की मतलब है, ये की अर्थ ने, ये गुरु नानक महाराज की कहना चाहते हैं। तो गुरमुखो कहते ने बाबा राम राय जी के नाल जिहड़े मसंद सन, उन्होंने मसंदा में एक मसंद का नाम सी गुरदास। प्रोफैसर साहब सिंह हुणां दा जिक्र किया है। वो कहते जिहड़ा गुरदास नाम का मसंद सी ना, वो दिलों असल में बाबा राम राय जी की हमायत में नहीं सी गया होया। उसने बाबा राम राय नूं ये क्या कहन लगे, हुण मौका है जे तुसी इस वेले जिहदे सही अर्थ कर दिते जो गुरु नानक साहब ने कहा है, तो बादशाह ना बनी बनी साड़ी बिगड़ जाएगी। इत्थे कुछ ना कुछ शब्दों में हेर फेर कर दिओ, बदल दिओ शब्दों नूं। ते कहन लगे उस वेले बाबे राम राय ने फिर शब्द कहा, कहन लगे असल में उत्थे शब्द सी मिट्टी बेईमान की। आपां कई बार इकट्ठे पढ़ दिंदे कि बाबा राम राय ने कहा मिट्टी बेईमान की, बेईमान नहीं,
बाबा राम राय जी ने कहा असल में शब्द सी मिट्टी बेईमान की, पर लखारी ने लिखिया लिख दिता मिट्टी मुसलमान की। हुण जे तुसीं इस नूं थोड़ा जिहा बरीकी नाल सोचोगे तो बाबा राम राय कहना असल में उही कुछ चाहुंदे ने, पर शब्दां विच हेर फेर उन्हां कर दित्ती। कहना असल में उही चाहुंदे दिलों जिहड़ी गल गुरु नानक साहब महाराज जी कह रहे हैं। ਇਹਦਾ ਇਹ मतलब ये नहीं कि बाबे राम राय ਨੂੰ ਉਹਦਾ शब्द का पता ही कोई नहीं भी गुरु नानक साहब के शब्द का मतलब की बनता है। ਇਹਦਾ मतलब ये नहीं कि बाबे राम राय ਨੂੰ उस पंक्ति का ਜਾਂ उस शब्दों के भावों का कोई नहीं पता, कोई ज्ञान कोई नहीं। सिर्फ शब्द बाबे ने ये राम राय के मन में आया भी मुसलमान की जगह पर हो सकता बादशाह नाराज हो जाए, मैं मुसलमान की जगह उत्ते शब्द भी सही रहन दियां ताकि अर्थ भी सही रह जान, पर उस शब्द नूं अपने तौर पर तब्दील कर दिता कि बेईमान कह दिता। सतगुरु गुरु हर राय साहब सच्चे पातशाह महाराज जी तक खबरां पहुँच गई। महाराज राम राय ने बादशाह के नाल हर गलबात तो बड़ी वधिया की है, पर एक थां ते राम राय बड़ी वड्डी गलती कर गया। महाराज उन्हें जिहड़ा गुरु नानक साहब का शब्द है मिट्टी मुसलमान की, उन्हें मुसलमान की जगह ते बेईमान की जगह शब्द बोल दिता है। श्री गुरु हर राय साहब सच्चे पातशाह महाराज जी कोमल हिरदे के मालक जिहड़े सन, फुल टुटण ते भी जिन्होंने इन्ना दर्द होया भी फुल क्यों टुट गया, उस गुरु हर राय साहब महाराज जी ने अपना जिगर का टोटा, जिगर का हिरदा जिहड़ा अंदर का फुल बाबा राम राय धन श्री गुरु हर राय साहब जी कह लगे साडा कुछ नहीं लगता जिहड़ा गुरु नानक महाराज जी की बाणी नूं बदलदा है, गुरु नानक के बचनां नूं बदलदा है, उन्होंने को साडे मत्थे ना लगे। इतिहासकार कहते बाबा राम राय पहुँच गए सन कीरतपुर साहब, ते कीरतपुर साहब पहुँच के गुरु महाराज जी तो दूर बैठ गए सन। ते किसी सिख ने आके दसिया महाराज राम राय आया है। तो मैं कई बार सोचता हूँ गुरु हर राय साहब महाराज जी ये कह सकते सी भी चलो बुला लो राम राय नूं, मैं समझा देना कि बेटा इस तो अगे एक गलती ना करी। मैं कहना दाता एडा वड्डा तू पूरना पा के गया साडे वास्ते कि गुरबाणी नाल छेड़छाड़ करन वाले दा कोई लिहाज नहीं, वो सका पुत्र भी क्यों ना हो, कोई लिहाज नहीं। तो असीं अज झात मार के देखिए कि गुरबाणी नाल छेड़छाड़ हो नहीं रही, बहुत कुछ हो रहा है। असीं आवेसले हुए बैठे हैं, गुरबाणी नाल छेड़छाड़ा बहुत हो रही हैं, बड़िया तरीकों के नाल हो रही ने, बड़े ढंग तरीके वरते जा रहे हैं। कोई अमृत दियाँ बाणियां उत्ते किंतु करी जाता है, कोई नितनेम दियाँ बाणियां ते किंतु करी जाता है। गुरमुखो ये सारे पक्ष तो सचेत होने की लोड़ है कि अज भी गुरु ग्रंथ साहब जी उत्ते हमले हो रहे हैं। ये कह लो कि राम राय तो मर गया, पर राम राय दियाँ रूहां अजे भी तुरियां फिरदियां ने, किसी न किसी रूप विच बाणी का नरादर जरूर कर रहे हैं। मैनू खिमा जरूर कर दिओ। सतगुरु गुरु हर राय साहब सच्चे पातशाह महाराज जी ने क्या कह लगे, उनको साडे मत्थे ना लगे। राम राय उत्थों उठिया तो सीधा ही औरंगजेब बादशाह को पहुँच गया। औरंगजेब बादशाह नूं जाके उन्हें क्या कह लगा, तेरी खुशामद करन नाल मैनू फल की मिलिया कि मेरे बाप ने मैनू धक्के मार के कढ़ दिता है। औरंगजेब बादशाह ने कहा बड़ा वधिया मौका मिल गया जदों ये बंदा ये किसी को पता चल जाए भी घर दे विच कोई दफाड़ पै गया, घर दे विच कोई कलेश पै गया, दुश्मन सोचता है कि सब तो वधिया मौका है जे घर दे विच कोई विरोध करने वाला उठ जाए तो ये तो बड़ा दुश्मन होर किहड़ा हो सकता है। औरंगजेब बादशाह ने डेरा दून के इलाके में बाबा राम राय नूं जमीन दी, जगह दे दी। उन्हें कहा हर तरह दी तेन सुख सहूलतां मैं देंगा। तीर मलिया विरोधी सी ते राम राय भी उहदे नाल ही जुड़ गया, विरोध वो भी कर लग पिया। सतगुरु गुरु हर राय साहब महाराज ने एक तो यह सिद्धांत दिता कि गुरबाणी नाल कोई छेड़छाड़ करे साडा कुछ नहीं लगता। दूजी बेनती गुरबाणी नाल संबंधित ही कीरतपुर साहब की धरती ते गुरु हर राय साहब सच्चे पातशाह महाराज जी लेटे हुए सन। संगतां शब्द कीर्तन करदियां होइयां आ रही सी ते जिस वेले शब्द कीर्तन करदियां संगतां दी आवाज़ गुरु हर राय साहब महाराज जी दे कन्नां विच पई ते मेरे साहब जी एकदम उठे ने। भाई वीर सिंह कहंदे ने काली उठन नाल गुरु हर राय साहब महाराज जी दा जिहड़ा गोडा सी ये पलंगे दे पावे नाल वज्जिया ते सतगुरु महाराज जी दे गोडे ते चोट लग गई। तो ये भी कहंदे ने कुछ खून भी सिमिया ते सिखा ने पुछया महाराज इन्नी काली। गुरु हर राय साहब सच्चे पातशाह महाराज जी कहंदे ने जे खुद ही उस्ताद टीचर आप ही ना जिहड़ा जो कुछ पढ़ाना उन्हें जे ओहदा सत्कार खुद उहदे विच नहीं होएगा तो उहदे अगों विद्यार्थी सत्कार किवें करनगे। इशारा सी
कि गुरु ग्रंथ साहब की बाणी का गुरु का जो सत्कार असी नहीं करांगे तो सिखां नूं किवें कह सकते हैं। मेरे साहब गुरु हर राय साहब सच्चे पातशाह जी ने उत्थे जिहड़े शब्द कहे वो विद्वानां ने साम के रखे ने। गुरु हर राय साहब महाराज ने कहा सी, जिन पै अदब न बाणी धारा जानो सो सिख नाहे हमारा। भाई जेड़ा गुरबाणी का अदब नहीं करेगा, सत्कार नहीं करेगा, वो साडा कुछ नहीं लगता। गुरु हर राय साहब जी के शब्द सन। मेरे साहब ने ये भी साडे ते पूरना पा दिता कि गुरबाणी का किन्ना अदब ते सत्कार करना चाहिए है। सतगुरु गुरु हर राय साहब सच्चे पातशाह महाराज जी ने हुण गुरमुखो जिथे ये पूरने पाए ने, उत्थे गुरु हर राय साहब सच्चे पातशाह महाराज जी ने अपने जीवन काल विच ये भी दस दिता कि जे कोई भावना बना के गुरु नूं आराधदा है तो गुरु उहदे कोल जाके उहदियां हर तरह दीयां रहमतां वरताउंदा। ये भी गुरु हरराय साहब जी के जीवन में साखियां तो बहुत ने, मैं केवल दो की तुहाडे नाल साझियां समय दे विच रह के करनियां ने। श्री गुरु हरराय साहब सच्चे पातशाह महाराज जी नूं इसे कीरतपुर साहब की धरती ते एक बिरध मां याद करती है। श्री गुरु हरराय साहब सच्चे पातशाह नूं याद करदे उहदे शब्द ये सन, दातार मैं हाँ गरीबनी, मेरे को है कुछ नहीं, मैं तेरे घर च कुछ भेटा कर सका, पर दाता मैं तेरे वास्ते दो फुलके जरूर तैयार किए ने तेरे छकाण वास्ते। एक मैं तेरे वास्ते कीमती रेजा रखा है, बस्तर रखा है। मैं चाहनी है कि गरीबनी के घरे पहुँच के मेरे दो प्रशादे छक लै ते दाता कीमती बस्तर जिहड़ा मैं हथी तैयार किया है ये मैं तेनों भेटा करना चाहनी है। दाता कृपा करके मेरे को प्राप्त कर ले। गुरु हर राय साहब सच्चे पातशाह महाराज जी घोड़े ते सवार होए ते सिख भी नाल ही तुर पे। गुरु हर राय साहब सच्चे पातशाह बिरध मां का दरवाजा खड़काउंदे ने। इतिहासकारां ने उस माई का नाम लिखिया ताबो। उस ताबो माई का दरवाजा खड़काया, उन्हें दरवाजा खोलिया। गुरु हर राय साहब कह लगे, मां अज बड़ी भुख लगी है, दो प्रशादे ते छका दे। वेखो गुरु हर राय साहब महाराज जी का हिरदा, वेखो गुरु हर राय साहब सच्चे पातशाह का प्यार। कह लगे, माई मां भुख बड़ी लगी है, दो प्रशादे छका दे। उस माई ने दो प्रशादे जिहड़े तैयार किए सतगुरुओं के हाथ में फड़ाए। इतिहासकार कहते गुरु साहब घोड़े ते ही बैठे सन ते मेरे साहब घोड़े ते बैठे हुए प्रशादा छकन लग पे। जो प्रशादा छकी जाते ने, माई ने अंदरों लिया के कीमती बस्तर जिहड़ा सतगुरु महाराज जी के चरणों च भेटा कर दिता। सतगुरु प्रशादा छकी जाते ने ते ताबो माई एकदम प्यार विच आके शब्द बोलन लग पई। कह लगी, तू पापी मैं बख्शनहार, तू पापी मैं बख्शनहार, तू पापी मैं बख्शनहार। 5 बारी शब्द किया। जो 5 बार शब्द किया तो एक सिख ने घोड़े तो उतर के माई नूं हिलाया, ओनू मोढियां तो फड़ के हिला के कह लगे, मां की कही जानी है? गुरु नूं कहनी है पापी ते अपने आप नूं कहनी है बख्शनहार। गुरु हर राय साहब सच्चे पातशाह कह लगे, सिखा माई असल में जो कुछ अंदरों कहती है तू वो अंदरले शब्दों नहीं जानता। अंदरों यही कहती है कि मैं पापी तू बख्शनहार, अंदरों माई यही कहती है, पर वो बाहरों शब्द ने। फिर उत्थे साहब ने शब्द किया कि जे बाहरों भुल चुक बोलते भी खरे हर भाने, जिन्हां दी अंदरों लिव जुड़ जाती, जे बाहरों भुल के कोई शब्द बोल देंगे अंदरों नहीं वो गलत कह रहे, अंदरों सही कह रहे। ये गुरु हर राय साहब सच्चे पातशाह महाराज जी ने कृपा बरता दी, उस माई ते कृपा की। अज गुरु हर राय साहब महाराज जी कीरतपुर साहब की धरती ते सतगुरु फिर टिके ने ते मेरे साहब ने सवेर का दीवान सजिया। सवेर के दीवान में आसा दी वार का कीर्तन होया। शब्द कीर्तन की समाप्ति हुई तो सिख संगतां सोच रही सन कि सतगुरु महाराज जी प्रशादे नूं प्रवानगी देणगे ताकि प्रशादा वरताया जाएगा। पर गुरमुखों 1 घंटा 2 घंटे 4 घंटे बतीत होए। जिस वेले टाइम बतीत हुंदा जा रहा सी, इउं कह लो 1 पैर चलिया गया, 2 पैर चले गए, 4 पैर भी बतीत हो गए। शामा का टाइम हो गया तो गुरु हर राय साहब सच्चे पातशाह महाराज जी शाम के वक्त मेरे सतगुरां ने अपने नेत्र खोले। नेत्र खोले, संगत वल्ले तकिया तो संगत सतगुरां के चरणों च बैठी। सिखा ने बेनती की, महाराज अज तुहाडे चोज की समझ नहीं लगी सानू। दाता जी अज सवेर का प्रशादा लैके तुहाडे चरणों में संगतां बैठियां रहियां। दाता प्रवानगी वास्ते तुसी प्रवान नहीं किया। सतगुरु गुरु हर राय साहब सच्चे पातशाह सिखा ने कहा, महाराज अज की रहमत वरताई जे?
ਤੇ ਗੁਰੂ ਹਰਿ ਰਾਏ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਉੱਥੇ ਗੁਰਮੁਖੋ ਸੂਰਜ ਪ੍ਰਕਾਸ਼ ਦੇ ਕਰਤਾ ਕਵੀ ਸੰਤੋਖ ਸਿੰਘ ਜੀ ਕਹਿੰਦੇ ਨੇ ਗੁਰੂ ਹਰਿ ਰਾਏ ਸਾਹਿਬ ਜੀ ਕਹਿਣ ਲੱਗੇ ਭਈ ਸਿੱਖੋ ਕੀ ਕਰਦੇ ਅੱਜ ਪ੍ਰੇਮ ਦੇ ਬੱਧੇ ਹੋਏ ਇੱਕ ਸਿੱਖ ਨੇ ਪਿਆਰ ਵਿੱਚ ਬੰਨ ਲਿਆ ਸੀ ਉਹ ਸਿੱਖ ਸਾਨੂੰ ਛੱਡਦਾ ਤੇ ਅਸੀਂ ਕੁਝ ਉੱਠਦੇ ਨਾ ਮਹਾਰਾਜ ਕੀ ਕਿੱਥੇ ਰਹਿਮਤ ਵਰਤਾਈ ਤੇ ਧੰਨ ਗੁਰੂ ਹਰਿ ਰਾਏ ਸਾਹਿਬ ਜੀ ਨੇ ਕਿਹਾ ਕਾਬਲ ਦੀ ਧਰਤੀ ਤੇ ਭਾਈ ਗੋਇੰਦਾ ਬੈਠਾ ਅੱਜ ਅੰਮ੍ਰਿਤ ਵੇਲੇ ਸਿੱਖ ਉੱਠਿਆ ਉਹ ਬੰਦਗੀ ਵਿੱਚ ਜੁੜਿਆ ਹੋਇਆ ਤੇ ਬੰਦਗੀ ਵਿੱਚ ਜੁੜੇ ਹੋਏ ਨੇ ਪਰਮਾਤਮਾ ਦੀ ਇਬਾਦਤ ਕਰਦੇ ਹੋਏ ਨੇ ਭਜਨ ਬੰਦਗੀ ਕਰਦੇ ਹੋਏ ਨੇ ਸਿਮਰਨ ਕਰਦਿਆਂ ਹੋਇਆਂ ਸਾਡੇ ਘੁੱਟ ਕੇ ਚਰਨ ਪਕੜ ਲੈ ਨਾ ਗੋਇੰਦਾ ਉੱਠਿਆ ਨਾ ਉਹਨੇ ਸਾਡੇ ਚਰਨ ਛੱਡੇ ਹੁਣ ਗੋਇੰਦੇ ਦੇ ਵੀ ਨੇਤਰ ਖੁੱਲੇ ਨੇ ਉਹ ਵੀ ਉੱਠਿਆ ਆਪਣੇ ਆਸਨ ਤੋਂ ਗੋਇੰਦੇ ਨੇ ਸਾਡੇ ਚਰਨ ਛੱਡੇ ਨੇ ਤੇ ਅਸੀਂ ਉੱਠ ਪਏ ਇਹ ਅਤ ਕਥਨੀਆਂ ਨਹੀਂ ਹਨ ਗੁਰਮੁਖੋ ਇਹ ਹਕੀਕਤਾਂ ਨੇ ਉੱਥੇ ਕਵੀ ਸੰਤੋਖ ਸਿੰਘ ਜੀ ਕਹਿੰਦੇ ਨੇ ਸਤਿਗੁਰਾਂ ਕਿਹਾ ਸੀ ਕਿ ਗੋਇੰਦਵਾਲ ਗੋਇੰਦਾ ਕਾਬਲ ਵਿਖੇ ਗੋਇੰਦਾ ਸਿੱਖ ਰਹਿ ਧਰੇ ਧਿਆਨ ਦੋਨੋਂ ਪਗ ਗਹਿ ਤਿਸ ਤੇ ਕਿਵੇਂ ਚਰਨ ਛਟਾਵੂੰ ਬਿਨਾ ਛੁਟੇ ਕਿਵੇਂ ਲੰਗਰ ਪਾਵਾਂ ਭਈ ਜਿੰਨਾ ਚਿਰ ਉਹ ਸਾਡੇ ਚਰਨ ਨਾ ਛੱਡਦਾ ਅਸੀਂ ਕਿਵੇਂ ਪ੍ਰਸ਼ਾਦਾ ਛਕ ਸਕਦੇ ਸੀ ਇਹਦਾ ਮਤਲਬ ਗੁਰੂ ਹਰਿ ਰਾਏ ਸਾਹਿਬ ਸੱਚੇ ਪਾਤਸ਼ਾਹ ਜੀ ਕਿੰਨੀਆਂ ਕੁ ਰਹਿਮਤਾਂ ਵਰਤਾਈਆਂ ਅੱਜ ਗੁਰੂ ਹਰਿ ਰਾਏ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਸ਼ਾਮ ਦਾ ਵਕਤ ਹੈ ਸੂਰਜ ਢਲਦਾ ਪਿਆ ਸੀ ਤੇ ਸੂਰਜ ਢਲਦਿਆਂ ਹੋਇਆਂ ਸਤਿਗੁਰੂ ਮਹਾਰਾਜ ਜੀ ਸਤਲੁਜ ਦੀਆਂ ਸਮੁੰਦਰ ਦੀਆਂ ਲਹਿਰਾਂ ਵੱਲੇ ਤੱਕਦੇ ਪਏ ਸਨ ਤੇ ਸਿੱਖ ਕੋਲ ਖੜੇ ਨੇ ਤੇ ਧੰਨ ਗੁਰੂ ਹਰਿ ਰਾਏ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਮੁੰਦਰ ਦੀਆਂ ਲਹਿਰਾਂ ਵੱਲੇ ਤੱਕਿਆ ਸੂਰਜ ਆਪਣੀ ਟਿੱਕੀ ਛੁਪਾ ਰਿਹਾ ਸੀ ਤੇ ਸਿੱਖਾਂ ਨੇ ਗੁਰੂ ਹਰਿ ਰਾਏ ਸਾਹਿਬ ਮਹਾਰਾਜ ਜੀ ਵੱਲੇ ਵੇਖਿਆ ਦਾਤਾ ਅੱਜ ਕਿਹੜੀ ਮੌਜ ਵਿੱਚ ਹੋ ਤੇ ਧੰਨ ਗੁਰੂ ਹਰਿ ਰਾਏ ਸਾਹਿਬ ਸੱਚੇ ਪਾਤਸ਼ਾਹ ਨੇ ਕਿਹਾ ਕਹਿਣ ਲੱਗੇ ਇਉਂ ਲੱਗਦਾ ਹੈ ਗੁਰੂ ਨਾਨਕ ਮਹਾਰਾਜ ਜੀ ਦੇ ਘਰ ਦਾ ਜਿਹੜਾ ਬੇੜਾ ਹੈ ਨਾ ਜਿਹੜਾ ਭਵਜਲ ਤਾਰਨ ਵਾਸਤੇ ਮੇਰੇ ਦਾਤੇ ਨੇ ਬਣਾਇਆ ਗੁਰੂ ਨਾਨਕ ਦੇ ਘਰ ਦਾ ਬੇੜਾ ਸਾਨੂੰ ਇਉਂ ਲੱਗਦਾ ਜਿਵੇਂ ਇਹਦੇ ਕੁਝ ਫੱਟੇ ਹਿੱਲਦੇ ਪਏ ਨੇ ਦੂਜਾ ਸ਼ਬਦ ਵਰਤਿਆ ਕਿਆ ਇਉਂ ਲੱਗਦਾ ਜਿਵੇਂ ਇਹਦੇ ਵਿੱਚ ਹੌਲੀ ਹੌਲੀ ਛੇਕ ਹੋ ਰਹੇ ਨੇ ਸਿੱਖਾਂ ਨੇ ਕਿਹਾ ਮਹਾਰਾਜ ਕਹਿਣਾ ਕੀ ਚਾਹੁੰਦੇ ਹੋ ਤੇ ਗੁਰੂ ਹਰਿ ਰਾਏ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਿਹਾ ਕਹਿਣ ਲੱਗੇ ਜਦੋਂ ਆਪਾ ਧਾਪੀ ਪੈ ਜਾਏਗੀ ਇਹ ਅੱਜ ਦੇ ਸਮੇਂ ਤੇ ਬਿਲਕੁਲ ਗੁਰੂ ਹਰਿ ਰਾਏ ਸਾਹਿਬ ਦੇ ਸ਼ਬਦ ਢੁਕਦੇ ਨੇ ਇਹ ਵਿਦਵਾਨਾਂ ਨੇ ਇਹਨਾਂ ਸ਼ਬਦਾਂ ਨੂੰ ਕੋਟ ਕੀਤਾ ਹੈ ਕਹਿਣ ਲੱਗੇ ਗੁਰੂ ਹਰਿ ਰਾਏ ਸਾਹਿਬ ਜੀ ਨੇ ਕਿਹਾ ਜਦੋਂ ਆਪਾ ਧਾਪੀ ਪੈ ਜਾਏਗੀ ਤੀਰ ਮਲ ਆਪਣੀ ਮਰਜ਼ਾਦਾ ਬਣਾ ਕੇ ਤੁਰਿਆ ਫਿਰਦਾ ਹੈ ਡੇਰੇ ਬਣਾਈ ਜਾਂਦਾ ਹੈ ਰਾਮ ਰਾਏ ਆਪਣੀ ਮਰਜ਼ਾਦਾ ਤੇ ਡੇਰੇ ਬਣਾਈ ਬੈਠਾ ਹੈ ਮੀਣੀਏ ਆਪਣੇ ਤੌਰ ਤੇ ਲੱਗੇ ਹੋਏ ਨੇ ਗੁਰੂ ਹਰਿ ਰਾਏ ਸਾਹਿਬ ਜੀ ਕਹਿੰਦੇ ਜਦੋਂ ਆਪਾ ਧਾਪੀ ਪੈ ਜਾਏ ਜਦੋਂ ਆਪਣੀਆਂ ਮਰਜ਼ਾਦਾ ਬਣਨ ਲੱਗ ਪੈਣਗੀਆਂ ਸਮਝ ਲਿਓ ਉਦੋਂ ਗੁਰੂ ਨਾਨਕ ਦੇ ਇਸ ਬੇੜੇ ਦੇ ਫੱਟੇ ਹਿੱਲਣੇ ਸ਼ੁਰੂ ਹੋ ਗਏ ਨੇ ਦੂਜਾ ਸ਼ਬਦ ਕਿਹਾ ਕਹਿਣ ਲੱਗੇ ਜਿਸ ਵੇਲੇ ਜਿਹੜਾ ਆਗੂ ਹੋਏਗਾ ਉਹ ਲਾਲਚੀ ਬਣ ਜਾਏਗਾ ਲਾਲਚੀ ਬਣਿਆ ਹੋਇਆ ਜਿਸ ਵੇਲੇ ਆਗੂ ਹੋਏਗਾ ਅਗਵਾਈ ਕਰਨ ਵਾਲਾ ਆਗੂ ਲਾਲਚੀ ਹੋ ਜਾਏਗਾ ਸਮਝ ਲਓ ਬੇੜੇ ਵਿੱਚ ਛੇਕ ਹੋ ਰਹੇ ਨੇ ਮੈਂ ਕਹਿੰਦਾ ਗੁਰੂ ਹਰਿ ਰਾਏ ਸਾਹਿਬ ਮਹਾਰਾਜ ਜੀ ਨੇ ਉਸ ਵੇਲੇ ਹੀ ਨਹੀਂ ਮੇਰੇ ਸਾਹਿਬ ਨੂੰ ਆਉਣ ਵਾਲੇ ਸਮੇਂ ਦਾ ਪਾਸਾ ਸੀ ਮੇਰੇ ਸਤਿਗੁਰਾਂ ਨੇ ਇਸ਼ਾਰਾ ਕਰ ਦਿੱਤਾ ਕਹਿਣ ਲੱਗੇ ਜਿਸ ਵੇਲੇ ਆਗੂ ਲਾਲਚੀ ਹੋ ਜਾਏ ਜਿਸ ਵੇਲੇ ਆਪਾ ਧਾਪੀ ਪੈ ਜਾਏਗੀ ਮੇਰੇ ਸਾਹਿਬ ਨੇ ਕਿਹਾ ਗੁਰੂ ਨਾਨਕ ਦਾ ਬੇੜਾ ਡਗਮਗਾਉਂਦਾ ਉਦੋਂ ਨਜ਼ਰ ਆਏਗਾ ਤੇ ਕੀ ਅੱਜ ਜੇ ਇਸ ਸ਼ਬਦਾਂ ਨੂੰ ਅੱਜ ਦੇ ਸਮੇਂ 'ਚ ਵੇਖਿਆ ਜਾਏ ਤੇ ਕੀ ਗੁਰੂ ਨਾਨਕ ਦਾ ਬੇੜਾ ਡਗਮਗਾ ਨਹੀਂ ਰਿਹਾ ਅੱਜ ਆਪਾ ਧਾਪੀ ਪਈ ਨਹੀਂ ਹੋਈ ਅੱਜ ਆਪਣੀਆਂ ਮਰਜ਼ਾਦਾ ਦੀਆਂ ਡਫਲੀਆਂ ਅਸੀਂ ਵਜਾਉਂਦੇ ਫਿਰਦੇ ਹਾਂ ਅੱਜ ਜਿਹੜੇ ਸਾਡੇ ਧਾਰਮਿਕ ਆਗੂ ਨੇ ਉਹ ਲਾਲਚਾਂ ਦੇ ਅਧੀਨ ਕੀ ਕੁਝ ਕਰਦੇ ਪਏ ਨੇ ਕਿ ਸਾਡੇ ਸਾਹਮਣੇ ਸਾਰਾ ਕੁਝ ਨਹੀਂ ਅੱਜ 6 ਮਹੀਨਿਆਂ ਬਾਅਦ ਅਕਾਲ ਤਖਤ ਦੇ ਜਥੇਦਾਰ ਨੂੰ ਚੇਤਾ ਆ ਗਿਆ ਕਿ ਮੇਰੇ ਕੋਲੋਂ ਬੜੀ ਵੱਡੀ ਗਲਤੀ ਹੋ ਗਈ ਹੈ ਤੈਨੂੰ ਸ਼ਰਮ ਨਾ ਆਈ ਹੁਣ ਇੰਨੀ ਗੱਲ ਕਹਿੰਦਿਆਂ ਹੋਇਆ ਮੈਨੂੰ ਖਿਮਾ ਕਰ ਦਿਓ ਜੇ ਮੇਰੇ ਕੋਲੋਂ ਵਧੋ ਵਧੀ ਸ਼ਬਦ ਨਿਕਲ ਜਾਂਦੇ ਆ ਕਿਉਂਕਿ ਦੁੱਖ ਆਉਂਦਾ ਹੈ ਕਿ ਨੌਜਵਾਨ ਮਰਵਾ ਦਿੱਤੇ ਦੋ ਕਿੰਨਿਆਂ ਨੌਜਵਾਨਾਂ ਨੂੰ ਫੱਟੜ ਕਰਵਾ ਦਿੱਤਾ ਤੇ ਕਿੰਨੇ ਮਾਵਾਂ ਦੇ ਪੁੱਤ ਜੇਲ੍ਹਾਂ 'ਚ ਰੁਲਦੇ ਪਏ ਨੇ ਅੱਜ ਤੈਨੂੰ ਚੇਤਾ ਆ ਗਿਆ ਵੀ ਸਾਡੇ ਕੋਲੋਂ ਗਲਤੀ ਹੋ ਗਈ ਉਹ ਮੰਨ ਗਿਆ ਸਾਰਾ ਕੁਝ ਮੀਡੀਆ 'ਚ ਆ ਚੁੱਕਿਆ ਮੈਨੂੰ ਕਹਿਣ ਦੀ ਲੋੜ ਨਹੀਂ ਇਹ ਨਹੀਂ ਮੈਂ ਕੋਲੋਂ ਕਹਿ ਰਿਹਾ ਮੀਡੀਆ 'ਚ ਸਾਰਾ ਕੁਝ ਆ ਗਿਆ ਪੱਤਰਕਾਰਾਂ ਕੋਲੇ ਮੰਨ ਗਿਆ ਕਿ ਸਾਡੇ ਕੋਲੋਂ ਗਲਤੀ ਹੋ ਗਈ ਹੈ ਤੇ ਜੇ ਕਿਤੇ ਪਹਿਲੇ ਦਿਨ ਹੀ ਗਲਤੀ ਮੰਨ ਲਈ ਨੋ ਗੁਰੂ ਹਰਗੋਬਿੰਦ ਸਾਹਿਬ ਦੇ ਤਖਤ ਤੇ ਬੈਠ ਕੇ ਫੈਸਲੇ ਲੈਣ ਵਾਲਿਓ ਕਿਤੇ ਉਦੋਂ ਪਹਿਲੇ ਦਿਨ ਹੀ ਕਹਿ ਦਿੰਦੇ ਹੋ ਸਾਡੇ ਕੋਲੋਂ ਬੜੀ ਵੱਡੀ ਭਾਰੀ ਗਲਤੀ ਹੋ ਗਈ ਹੈ ਖਾਲਸਾ ਪੰਥ ਸਾਨੂੰ ਮਾਫ ਕਰ ਦੇ ਤੇ ਹੋ ਸਕਦਾ ਅੱਜ ਦਿਨ ਕੁਝ ਹੋਰ ਹੁੰਦੇ ਅੱਜ ਹੋ ਸਕਦਾ ਇਹਨਾਂ ਜਥੇਦਾਰਾਂ ਨੂੰ ਲੋਕੀ ਆਪਣੀਆਂ ਤਲੀਆਂ ਵਿਛਾ ਕੇ ਡੀਕਦੇ ਹੁੰਦੇ ਵੀ ਆਓ ਕੌਮ ਦੇ ਜਥੇਦਾਰੋ ਤੁਹਾਡੇ ਵਾਸਤੇ ਅਸੀਂ ਅੱਖਾਂ ਦੀਆਂ ਪਲਕਾਂ ਵਿਛਾ ਕੇ ਬੈਠੇ ਹਾਂ ਜਿਨ੍ਹਾਂ ਨੂੰ ਅੱਜ ਲੋਕ ਵੇਖਣਾ ਨਹੀਂ ਚਾਹੁੰਦੇ ਜਿਹੜੇ ਅੱਜ ਜਾ ਕੇ ਸੰਗਤ ਦੇ ਵਿੱਚ ਕੋਈ ਗੱਲ ਨਹੀਂ ਕਰ ਸਕਦੇ ਇਹ ਮੇਰਾ ਕਹਿਣ ਤੋਂ ਭਾਵ ਸੀ
कि जदों आगू अपनी जिम्मेवारी तो भज जाण, गुरु हरराय साहब के शब्द ने ये कहते, जदों आगू अपनी जिम्मेवारी तो भज जाण, लालची हो जाणगे, उन्हां दा इशारा मसंदां वल्ले सी, उन्हां दा इशारा धीर मल्लीए ते मीणियां वल्ले सी। गुरु हरराय साहब जी ने जो ये शब्द कहे तो सिखा ने कहा, महाराज की फिर इस तरह ही रहेगा? मेरे साहब ने कहा, नहीं रहेगा इस तरह नहीं, बस समय की उड़ीक करो, आ जाएगा 10वें जामे विच, इन्हां सारियां दे कोलों हिसाब ले लेगा गिण गिण के, आ जाएगा 10वें जामे दे विच, इन्हां नूं दस देगा पता जेड़े गुरु नानक दे बेड़े दे विच छेक पाउण दा, गुरु नानक दे बेड़े दे फटियां नूं हिलाउण दा यतन करदे ने, वो आ जाएगा 10वें जामे दे विच इन्हां फटे लाउण वालिआं नूं, छेक करन वालिआं नूं मजा चका देगा। और गुरु गोबिंद सिंह महाराज जी ने फिर इन्हां मसंदां नूं सजावां दित्तियां, इसे करके दित्तियां क्योंकि गुरु नानक दे बेड़े विच इन्हां छेक पाए, गुरु नानक दे बेड़े दे फटे हिलाए इन्हां ने, इस करके सजावां इन्हां नूं मिलियां सी। मेरे साहब ने फिर कह दिता, इन्हां राम राइयां तीर मल्लियां ते मीणियां मसंदां दे नाल सिख दा कोई संबंध नहीं होएगा। ਇਹਦਾ मतलब सतगुरु महाराज जी आने वाले समय के भी इशारे कर गए सन। बेनती जी कर रहा, जो गुरु हर राय साहब सच्चे पातशाह महाराज जी ने यह अगला भविख वाला बचन भी कर दिता कि घबराने की लोड़ कोई नहीं, समा आ जाएगा। सतगुरु गुरु हर राय साहब सच्चे पातशाह इस तरह कीरतपुर साहब की धरती पर बड़िया होर भी रहमतां दाते ने वरताइयां। अज गुरु हर राय साहब सच्चे पातशाह महाराज जी ने सिखा ने सवाल किया, दाता आप जी जिहड़ी अगली रहमत हुण, क्योंकि सतगुरु गुरु हर राय साहब सच्चे पातशाह महाराज जी के सामने उन्हां दे छोटे साहबजादे गुरु हरकृष्ण महाराज जी, बाबा राम राय तो पहला ही अलग हो गए, वख हो गए। गुरु हर राय साहब सच्चे पातशाह महाराज जी ने गुरु नानक के घर की बड़ी वड्डी जिम्मेवारी देनी सी, ते वो जिम्मेवारी देण लई चोण किहदी कीती मेरे दाते ने। वेखो 5 साल की उम्र है, 5 सवा 5 साल की उम्र श्री गुरु हरकृष्ण साहब सच्चे पातशाह महाराज जी की। तो मैं थोड़ी जी बेनती करके फिर समाप्ति कर देवां। एक दिन गुरु हर राय साहब सच्चे पातशाह महाराज जी सिखा ने सवाल किया, गुरु हरकृष्ण महाराज जी को गुरता गद्दी देण दा जिहड़ा संबंधित गल है नाल इहदे, उदों बाबा राम राय अजे अलग नहीं सन होए। एक दिन सिखा ने सवाल किया, राम राय विच ते हरकृष्ण विच अंतर किन्ना है? तो साखीकार कहते गुरु हर राय साहब जी ने कहा सी, एक सूई हथ विच दित्ती, कह लगी इस सूई नूं जिथे राम राय बैठा जिस पलंगे उत्ते सिमरन कर रहा, बंदगी कर रहा, उस तख्त के पावे दे विच इहदा सूई का तिखा बन्ना खबोयो जे, ते जिथे हरकृष्ण जी बंदगी करते हैं उधरले बन्ने इस सूई का दूजा बन्ना खबोयो, तुहाडे सवाल का जवाब मिल जाएगा। इशारा सी। सिखा ने सतगुरु महाराज जी के इस हुक्म नूं मन्निया। बाबा राम राय जिथे बैठे भजन बंदगी करते सन, उत्थे जदों गए तो सूई का जिहड़ा तिखा बन्ना भी खबाउंदे ते खुबदा नहीं। गुरु हरकृष्ण महाराज जी जिथे बैठे नहीं उधर सूई का जिहड़े बन्ने सी धागा पाउने, वो बन्ना जिहड़ा खबोया तो कह लगे जिवें मोम विच सूई धस जाती है, इस तरह धस गई। सिखा ने कहा, महाराज की ये रमज सी, असीं नहीं समझी। साहब ने कहा, बस समझ लो, एक दा हिरदा भावें किन्ना भी वो भजन बंदगी तो कर रहा है, अंदर कोई कोमलता नहीं, अंदर कठोरता बनी पई है। हरकृष्ण जी का हिरदा मोम वर्गा वो आप भी, तो उन्होंने जेड़े जुड़ जाएंगे उन्होंने चरणों नाल, उन्होंने भी अपने वर्गे बना लेंगे। ये इशारा सतगुरु महाराज जी ने पहला ही कर दिता सी। श्री गुरु हर राय साहब सच्चे पातशाह महाराज जी ने फिर अपना समा नज़दीक जान के अपने छोटे साहबजादे श्री गुरु हरकृष्ण सच्चे पातशाह महाराज जी को गुरता गद्दी बख्शिश करके कीरतपुर साहब की धरती ते ही श्री गुरु हर राय साहब सच्चे पातशाह महाराज जी ज्योति जोत समा गए। कोशिश की है समय दे विच रह के सतगुरु महाराज जी के जीवन की जिन्नी क सूझबूझ गुरु ने बख्शी सी, उहदे मुताबिक मैं तुहाडे नाल विचार कर सकिया हाँ। अलपाग जीव हाँ, समर्थ बारे की कुछ कह सकते हाँ। बहुत भुलां गलतियां हो गई। सतगुरु गरीब नवाज पातशाह महाराज जी होइयां बेअंत भुलां दी खिमा देन आगां वास्ते सोझी ते समत बख्शिश करन। सारी संगत का धन्नवाद, तुसीं प्यार नाल बैठ के सतगुरु जी के इतिहास नूं सरवण कीता है। एक बार फिर मैं गुरु हर राय साहब सच्चे पातशाह जी के प्रकाश पुरब की सारी संगत नूं लख लख वधाई दिंदा हाँ। आप जी नूं पता कि 40 मुक्तियां की याद विच गुरमुखो सिमरन चल रहा है। 40 मुक्तियां की याद विच अमृत वेले 5 ਤੋਂ 6 का समा हुंदा है। संगतां पहुँचदियां ने
ਪਰ ਮੇਰੀ ਬੇਨਤੀ ਹੈ, ਅਸੀਂ ਪਿਛਲੀ ਵਾਰ ਨਾਲੋਂ ਇਸ ਵਾਰੀ ਕੁਝ ਉਤਸ਼ਾਹ ਮੈਨੂੰ ਘੱਟ ਨਜ਼ਰ ਆਉਂਦਾ ਹੈ। ਪਤਾ ਨਹੀਂ ਜਾਂ ਮੈਨੂੰ ਲੱਗਦਾ ਹੈ ਕਿ ਜਾਂ ਇਹ ਸੱਚਾਈ ਹੈ ਕਿ ਉਤਸ਼ਾਹ ਥੋੜ੍ਹਾ ਜਿਹਾ ਘਟਿਆ ਸਾਡਾ। ਗੁਰਮੁਖੋ, ਸਮਾਂ ਕੱਢਿਆ ਕਰੀਏ। ਇਹੀ ਸਮਾਂ ਹੈ ਜੇ ਆਪਾਂ ਜ਼ਿੰਦਗੀ ਦਾ ਪਤਾ ਕੋਈ ਨਹੀਂ, ਭਰੋਸਾ ਕੋਈ ਨਹੀਂ ਕਦੋਂ ਸੱਦਾ ਆ ਜਾਣਾ ਹੈ। ਜੇ ਆਪਾਂ ਕੋਸ਼ਿਸ਼ ਕਰਨਗੇ ਜਿੰਨੇ ਵੀ ਸਵਾਸ ਸਫਲ ਹੋ ਜਾਣ। ਸੋ ਸੰਗਤਾਂ ਨੂੰ ਬੇਨਤੀ ਹੈ, ਜ਼ਰੂਰ ਸਮਾਂ ਕੱਢਿਆ ਕਰੋ। ਸਮੇਂ 'ਚ ਸਮਾਂ ਬਣਾ ਕੇ 5 ਤੋਂ 6 ਦਾ ਸਮਾਂ ਕੱਢ ਕੇ ਗੁਰੂ ਘਰੇ ਪਹੁੰਚਿਆ ਕਰੋ। ਵੱਧ ਸਮਾਂ ਜਿੰਨਾ ਨਿਕਲੇ ਚੰਗੀ ਗੱਲ ਹੈ, ਪਰ ਜ਼ਰੂਰ ਅੰਮ੍ਰਿਤ ਵੇਲੇ ਆ ਕੇ ਵਾਹਿਗੁਰੂ ਗੁਰਮੰਤਰ ਦਾ ਜਾਪ। ਜਿਨ੍ਹਾਂ ਨੇ ਸਾਡੇ ਵਾਸਤੇ ਖੂਨ ਵਹਾਇਆ, ਅਸੀਂ ਖੂਨ ਨਹੀਂ ਵਹਾ ਸਕਦੇ, ਕੇਵਲ ਸਮਾਂ ਹੀ ਦੇਣਾ ਆਪਾਂ, ਤੇ ਉਹਨਾਂ ਦੀ ਯਾਦ ਵਿੱਚ ਜ਼ਰੂਰ ਸੰਗਤਾਂ ਅੰਮ੍ਰਿਤ ਵੇਲੇ ਪਹੁੰਚਿਆ ਕਰਨ। ਇੰਨੀਆਂ ਕੀ ਬੇਨਤੀਆਂ ਪ੍ਰਵਾਨ ਕਰਨੀਆਂ। ਆਓ, ਜਥਾ ਪਹੁੰਚ ਚੁੱਕਿਆ ਹੈ। ਭਾਈ ਅਸ਼ੋਕ ਸਿੰਘ ਜੀ ਗੰਗਾ ਨਗਰ ਵਾਲੇ, ਉਹਨਾਂ ਨੇ ਆਪ ਜੀ ਨੂੰ ਗੁਰੂ ਕੀ ਇਲਾਹੀ ਬਾਣੀ ਦਾ ਕੀਰਤਨ ਸਰਵਣ ਕਰਵਾਉਣਾ ਹੈ। ਬੜੇ ਪਿਆਰ ਨਾਲ ਆਪ ਜੀ ਨੇ ਕੀਰਤਨ ਸਰਵਣ ਕਰਨਾ ਜੀ। ਬੇਅੰਤ ਪ੍ਰਕਾਰ ਦੀਆਂ ਹੋਈਆਂ ਭੁੱਲਾਂ ਦੀ ਖਿਮਾ ਦਿੰਦੇ ਹੋਏ ਪਿਆਰ ਸਹਿਤ ਗੱਜ ਵੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।